ਪਾਠ 16 ਦਮੂਕਾ ਬੀਜਣ ਵਾਲਾ। ਦਮੂਕਾ ਬੀਜਣ ਵਾਲਾ ਪਾਠ 16 ਅਸੀਂ ਕਰਾਂਗੇ ਬੇਟਾ। ਇਸ ਪਾਠ ਦੇ ਵਿੱਚ ਅਸੀਂ ਦੇਸ਼ ਭਗਤਾਂ ਬਾਰੇ ਪੜਾਂਗੇ। ਠੀਕ ਹੈ, ਸਾਡੇ ਦੇਸ਼ ਨੂੰ ਆਜ਼ਾਦ ਕਰਾਉਣ ਲਈ ਜਿਹੜੇ ਦੇਸ਼ ਭਗਤਾਂ ਨੇ ਹਿੱਸਾ ਲਿਆ, ਅਸੀਂ ਉਹਨਾਂ ਦੇਸ਼ ਭਗਤਾਂ ਬਾਰੇ ਇਸ ਚੈਪਟਰ ਦੇ ਵਿੱਚ ਪੜਾਂਗੇ। ਸੋ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਕੁਝ ਤਸਵੀਰਾਂ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੀ ਹਾਂ ਬੇਟਾ। ਤੁਸੀਂ ਉਹਨਾਂ ਤਸਵੀਰਾਂ ਨੂੰ ਪਹਿਚਾਨਣਾ ਹੈ ਔਰ 1 ਬਾय 1 ਆਨਸਰ ਦੇਣਾ ਹੈ। ਠੀਕ ਹੈ, ਸਭ ਤੋਂ ਪਹਿਲੀ ਤਸਵੀਰ, ਯੈਸ, ਸਭ ਤੋਂ ਪਹਿਲੀ ਤਸਵੀਰ ਕਿਸ ਦੇਸ਼ ਭਗਤ ਦੀ ਹੈ? ਭਗਤ ਸਿੰਘ ਦੀ। ਠੀਕ ਹੈ, ਭਗਤ ਸਿੰਘ ਦੇਸ਼ ਭਗਤ ਦੀ ਤਸਵੀਰ ਹੈ। ਨੈਕਸਟ ਤਸਵੀਰ ਬੇਟਾ ਮੈਂ ਜਿਹੜੀ ਸ਼ੋ ਕਰਨ ਜਾ ਰਹੀ ਹਾਂ, ਨੈਕਸਟ ਤਸਵੀਰ ਦੇਖੋ। ਦੂਸਰੇ ਨੰਬਰ ਤੇ ਜਿਹੜੀ ਤਸਵੀਰ ਹੈ, ਯੈਸ, ਹਾਂਜੀ, ਇਹ ਕਿਹੜੇ ਦੇਸ਼ ਭਗਤ ਦੀ ਤਸਵੀਰ ਹੈ? ਯੈਸ ਭੂਮੀ, ਕਿਹੜੇ ਦੇਸ਼ ਭਗਤ ਦੀ ਤਸਵੀਰ ਹੈ ਬੇਟਾ? ਨੈਕਸਟ, ਹਾਂਜੀ, ਨੈਕਸਟ ਹੈ ਹਿਮਾਂਕ। ਹਾਂਜੀ ਬੇਟਾ, ਚੇਤਨਾ। ਯੈਸ ਚੇਤਨਾ, ਦੱਸੋ ਇਹ ਕਿਹੜੇ ਦੇਸ਼ ਭਗਤ ਦੀ ਤਸਵੀਰ ਹੈ? ਨੈਕਸਟ ਤਨਵੀਰ ਸਿੰਘ। ਯੈਸ ਤਨਵੀਰ, ਬੇਟਾ ਕਿਹੜੇ ਦੇਸ਼? ਰਾਜਗੁਰੂ। ਨੈਕਸਟ ਦੇਖੋ, ਨੈਕਸਟ ਤਸਵੀਰ, ਇੱਕ ਹੋਰ ਤਸਵੀਰ ਹੁਣ ਮੈਂ ਤੁਹਾਨੂੰ ਦਿਖਾਵਾਂਗੀ। ਇਹ ਤਸਵੀਰ ਨੂੰ ਪਹਿਚਾਨਣਾ, ਇਹ ਕਿਹਨਾਂ ਦੀ ਤਸਵੀਰ ਹੈ? ਯੈਸ, ਯੈਸ ਬੇਟਾ, ਇਹ ਕਿਹੜੇ ਦੇਸ਼ ਭਗਤ ਹਨ? ਇਹਦਾ ਆਨਸਰ ਦੇਗੀ ਮੈਨੂੰ ਜਸਮੀਤ। ਯੈਸ ਜਸਮੀਤ ਸਿੰਘ। ਬੇਟਾ ਇਹ ਕਿਹੜੇ ਦੇਸ਼ ਭਗਤ ਹਨ? ਨੋ, ਲਾਲਾ ਲਾਜਪਤ ਰਾਏ। ਹਾਂ, ਕਿਹੜੇ ਹਨ? ਲਾਲਾ ਲਾਜਪਤ ਰਾਏ। ਠੀਕ ਹੈ ਬੇਟਾ, ਸੋ ਦੇਸ਼ ਨੂੰ ਆਜ਼ਾਦ ਕਰਾਉਣ ਦੇ ਲਈ ਬਹੁਤ ਸਾਰੇ ਦੇਸ਼ ਭਗਤਾਂ ਨੇ ਇਸ ਆਜ਼ਾਦੀ ਦੇ ਵਿੱਚ, ਇਸ ਆਜ਼ਾਦੀ ਦੀ ਲੜਾਈ ਵਿੱਚ ਹਿੱਸਾ ਪਾਇਆ। ਸੋ ਸਾਨੂੰ ਪਤਾ ਹੈ ਕਿ ਪਹਿਲਾਂ ਤੋਂ ਹੀ ਦੇਸ਼ ਜਿਹੜਾ ਸੀ ਅੰਗਰੇਜ਼ਾਂ ਦਾ ਗੁਲਾਮ ਹੋ ਚੁੱਕਿਆ ਸੀ। ਕਿਉਂ ਗੁਲਾਮ ਹੋ ਚੁੱਕਿਆ ਸੀ? ਕਿਉਂਕਿ ਅੰਗਰੇਜ਼ ਜਾਣ ਸਕੇ ਸੀ ਕਿ ਭਾਰਤ ਇੱਕ ਬਹੁਤ ਹੀ ਅਮੀਰ ਦੇਸ਼ ਹੈ। ਕਿਵੇਂ ਅਮੀਰ ਸੀ? ਕਿਉਂਕਿ ਭਾਰਤ ਦੇ ਵਿੱਚ ਹੱਥ ਨਾਲ ਕੰਮ ਕਰਨ ਵਾਲੇ ਬਹੁਤ ਸਾਰੇ ਕਾਮੇ ਸਨ ਤੇ ਉਹਨਾਂ ਦੇ ਜਿਹੜੇ ਹੱਥੀਂ ਕੀਤੇ ਕੰਮ ਸਨ ਉਹ ਸਾਰੇ ਥਾਂ ਤੇ ਬੜੇ ਹੀ ਸਲਾਹੇ ਜਾਂਦੇ ਸਨ। ਇਸ ਕਰਕੇ ਅੰਗਰੇਜ਼ਾਂ ਦੀ ਨਜ਼ਰ ਪੈ ਗਈ, ਕਿਉਂ ਨਾ ਭਾਰਤ ਨੂੰ ਵੀ ਆਪਣਾ ਦੇਸ਼ ਬਣਾਇਆ ਜਾਏ। ਇਸ ਕਰਕੇ ਅੰਗਰੇਜ਼ਾਂ ਨੇ ਇੱਥੇ ਆ ਕੇ ਆਪਣੀਆਂ ਛੋਟੀਆਂ-ਛੋਟੀਆਂ ਫੈਕਟਰੀਆਂ ਲਗਾ ਦਿੱਤੀਆਂ ਤੇ ਭਾਰਤੀ ਲੋਕਾਂ ਨੂੰ ਲਾਲਚ ਦਿੱਤਾ ਕਿ ਤੁਸੀਂ ਸਾਰਾ ਦਿਨ ਵਿੱਚ, ਮੰਨ ਲਓ ਜੇ ਕੋਈ ਘੜੇ ਬਣਾਉਂਦਾ ਹੈ ਤੇ ਉਹਨਾਂ ਨੇ ਉਹਨਾਂ ਨੂੰ ਦੱਸਿਆ ਕਿ ਸਾਰਾ ਦਿਨ ਦੇ ਵਿੱਚ ਤੁਸੀਂ 2-3 ਘੜੇ ਬਣਾਉਂਦੇ ਹੋ ਤੇ ਇੱਕ ਜੇ ਮਸ਼ੀਨ ਲੱਗ ਜਾਏ ਤੇ ਇੱਕ ਦਿਨ ਦੇ ਵਿੱਚ ਆਪਾਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਭਾਂਡੇ ਬਣਾ ਸਕਾਂਗੇ। ਤੇ ਭਾਰਤੀ ਇਸ ਗੱਲ ਤੇ ਖੁਸ਼ ਹੋ ਗਏ, ਹੈ ਨਾ। ਜਦੋਂ ਖੁਸ਼ ਹੋ ਗਏ ਤੇ ਉਹਨਾਂ ਨੇ ਕੀ ਕੀਤਾ, ਉਹਨਾਂ ਨੂੰ ਆਪਣਾ ਸਾਰਾ ਜਿਹੜਾ ਮੈਥਡ ਸੀ ਉਹ ਦੱਸ ਦਿੱਤਾ ਕਿ ਇਸ ਤਰੀਕੇ ਨਾਲ ਅਸੀਂ ਭਾਂਡੇ ਬਣਾਉਂਦੇ ਹਾਂ। ਅੰਗਰੇਜ਼ਾਂ ਨੇ ਉਹ ਮੈਥਡ ਨੂੰ ਅਪਣਾ ਕੇ ਮਸ਼ੀਨਾਂ ਦੇ ਤੌਰ ਤੇ ਉਹ ਕੰਮ ਕਰਨਾ ਸ਼ੁਰੂ ਕਰ ਦਿੱਤਾ ਤੇ ਇੱਕ ਦਿਨ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਉਹ ਚੀਜ਼ਾਂ ਬਣਨੀਆਂ ਸ਼ੁਰੂ ਹੋ ਗਈਆਂ। ਫਿਰ ਅੰਗਰੇਜ਼ਾਂ ਨੇ ਸਾਰਾ ਉਹਨਾਂ ਕੋਲ ਭੇਦ ਲੈ ਕੇ ਉਹਨਾਂ ਨੂੰ ਵੀ ਆਪਣਾ ਗੁਲਾਮ ਬਣਾ ਲਿਆ। ਸੋ ਇਸ ਤਰ੍ਹਾਂ ਉਹਨਾਂ ਨੇ ਸਾਡੇ ਦੇਸ਼ ਤੇ ਕਬਜ਼ਾ ਕਰ ਲਿਆ। ਫਿਰ ਉਹ ਲੋਕਾਂ ਤੇ ਬਹੁਤ ਬੇਟਾ ਜ਼ੁਲਮ ਕਰਦੇ ਸੀ, ਬਿਨਾਂ ਵਜ੍ਹਾ ਹੀ ਹਰੇਕ ਨੂੰ ਮਾਰਦੇ ਰਹਿੰਦੇ ਸੀ। ਜਿਹਨੂੰ ਦਿਲ ਕੀਤਾ ਉਹਨੂੰ ਗੋਲੀ ਨਾਲ ਮਾਰ ਦਿੱਤਾ। ਠੀਕ ਹੈ, ਸੋ ਇਸ ਗੱਲ ਤੇ ਭਾਰਤੀ ਬਹੁਤ ਦੁਖੀ ਹੋ ਗਏ। ਸੋ ਉਹਨਾਂ ਦੇ ਦੁੱਖਾਂ ਨੂੰ ਦੂਰ ਕਰਨ ਦੇ ਲਈ ਭਗਤ ਸਿੰਘ ਵਰਗੇ ਯੋਧੇ, ਲਾਲਾ ਲਾਜਪਤ ਵਰਗੇ ਰਾਏ ਵਰਗੇ ਮਹਾਨ ਦੇਸ਼ ਭਗਤਾਂ, ਰਾਜਗੁਰੂ ਸੁਖਦੇਵ ਵਰਗੇ ਦੇਸ਼ ਭਗਤਾਂ ਨੇ ਦੇਸ਼ ਨੂੰ ਆਜ਼ਾਦ ਕਰਾਉਣ ਬਾਰੇ ਸੋਚਿਆ। ਸੋ ਅੱਜ ਅਸੀਂ ਇਸ ਦੇ ਨਾਲ ਸੰਬੰਧਿਤ ਹੀ ਜਿਹੜਾ ਚੈਪਟਰ ਪੜ੍ਹਨ ਜਾ ਰਹੇ ਹਾਂ, ਉਸ ਪਾਠ ਦਾ ਨਾਮ ਹੈ ਦਮੂਕਾ ਬੀਜਣ ਵਾਲਾ। ਸੋ ਸਾਡੇ ਪਾਠ ਦਾ ਨਾਮ ਕੀ ਹੈ? ਦਮੂਕਾ ਬੀਜਣ ਵਾਲਾ। ਠੀਕ ਹੈ, ਦਮੂਕਾ ਤੋਂ ਭਾਵ ਹੈ ਬੇਟਾ ਬੰਦੂਕਾਂ। ਗੱਲ ਨੂੰ ਇੱਥੇ ਦਮੂਕਾ ਕਿਹਾ ਗਿਆ ਹੈ ਕਿਉਂਕਿ ਅਸੀਂ ਦੇਖਦੇ ਹਾਂ ਕਿ ਜਿਹੜੇ ਬੱਚੇ ਛੋਟੇ ਹੁੰਦੇ ਨੇ ਉਹ ਕਈ ਵਾਰੀ ਤੋਤਲੀ ਜ਼ਬਾਨ ਵਿੱਚ ਬੋਲਦੇ ਹਨ। ਸੋ ਇਸ ਪਾਠ ਦੇ ਜਿਹੜੇ ਮੁੱਖ ਕਰੈਕਟਰ ਹਨ, ਜੋ ਮੁੱਖ ਪਾਤਰ ਹਨ, ਉਹ ਹੈ
बचपन ਦੇ ਵਿੱਚ ਹੁੰਦੇ ਨੇ ਉਹ ਆਪਣੀ ਤੋਤਲੀ ਜ਼ਬਾਨ ਦੇ ਵਿੱਚ ਬੰਦੂਕਾਂ ਨੂੰ ਕੀ ਬੋਲਦੇ ਨੇ ਦਮੂਕਾਂ ਸੋ ਦਮੂਕਾਂ ਤੋਂ ਭਾਵ ਹੈ ਬੰਦੂਕਾਂ ਬੰਦੂਕ ਮੀਨਸ ਗਨ ठीक है ਹੁਣ ਅਸੀਂ ਜਿਹੜੀ ਕਹਾਣੀ ਪੜਨ ਜਾ ਰਹੇ ਹਾਂ ਧਿਆਨ ਨਾਲ ਸੁਣਨਾ ठीक है ਜੇਕਰ ਕਹਾਣੀ ਧਿਆਨ ਨਾਲ ਸੁਣੋਗੇ ਤੇ ਮੈਨੂੰ ਪਤਾ ਹੈ ਤੁਹਾਡੇ ਚੈਪਟਰ ਵੀ ਸਮਝ ਆ ਜਾਏਗਾ ਕਿਉਂਕਿ ਪੀਟੀ 3 ਵਿੱਚ ਸਾਰੇ ਬੱਚਿਆਂ ਨੇ ਬਹੁਤ ਵਧੀਆ ਪਰਫਾਰਮ ਕੀਤਾ ਹੈ ਬਹੁਤ ਵਧੀਆ ਰਿਜ਼ਲਟ ਰਿਹਾ ਹੈ ਇਸੇ ਤਰ੍ਹਾਂ ਜੇਕਰ ਤੁਸੀਂ ਹੁਣ ਵੀ ਮਨ ਲਾ ਕੇ ਸੁਣੋਗੇ ठीक है बेटा ਤਾਂ ਕੋਈ ਡਾਊਟ ਨਹੀਂ ਹੈ ਕਿ ਤੁਹਾਨੂੰ ਜਿਹੜਾ ਚੈਪਟਰ ਕਲੀਅਰ ਨਾ ਹੋਵੇ ठीक है ਸੋ ਆਪਾਂ ਸਟਾਰਟ ਕਰਦੇ ਹਾਂ ਖੇਡ ਖੇਡ ਵਿੱਚ ਹੀ ਉਸਨੇ ਇੱਕ ਖੇਤ ਬਣਾ ਲਿਆ ਉਸ ਵਿੱਚ ਉਹ ਤੀਲੇ ਕੱਢਣ ਲੱਗਾ ਹੁਣ ਬੇਟਾ ਮੈਂ ਨਾਲ ਦੇ ਨਾਲ ਔਖੇ ਸ਼ਬਦ ਇੱਥੇ ਲਿਖਾਂਗੀ ਨੋਟ ਕਰੀ ਜਾਣਾ ਤੀਲੇ ਹੁੰਦਾ ਬੇਟਾ ਝਾੜੂ ਆਪਾਂ ਵੇਖਦੇ ਆ ਘਰ ਦੇ ਵਿੱਚ ਦੋ ਤਰ੍ਹਾਂ ਦੇ ਝਾੜੂ ਹੁੰਦੇ ਆ ਠੀਕ ਹੈ ਫੁੱਲ ਝਾੜੂ ਇੱਕ ਨੂੰ ਆਪਾਂ ਮਾਂਜਾ ਕਹਿੰਦੇ ਆ ਜਿਹਦੇ ਨਾਲ ਆਪਾਂ ਖੁਰਦਰੀ ਸਰਫੇਸ ਤੇ ਜਿਹਨੂੰ ਲਗਾਉਂਦੇ ਨੇ ਉਹਦੇ ਵਿੱਚ ਉਹਨੇ ਨਾ ਛੋਟੇ ਛੋਟੇ ਤੀਲੇ ਕੱਢ ਕੇ ਜਾਂ ਲੱਕੜ ਦੇ ਛੋਟੇ ਪੀਸ ਕੱਢ ਕੇ ਖੇਤ ਦੇ ਵਿੱਚ ਘਰ ਦੇ ਵਿੱਚ ਹੀ ਇੱਕ ਖੁੱਲੀ ਜਗ੍ਹਾ ਸੀ ਕੱਚੀ ਜਗ੍ਹਾ ਸੀ ਉੱਥੇ ਉਸਨੇ ਉਹ ਖੇਤਾਂ ਦੇ ਵਿੱਚ ਉਹਨਾਂ ਤੀਲਿਆਂ ਨੂੰ ਬੀਜਣਾ ਸ਼ੁਰੂ ਕਰ ਦਿੱਤਾ ਜਦੋਂ ਉਸ ਨੂੰ ਦੇਖ ਕੇ ਇੱਕ ਆਦਮੀ ਪੁੱਛਣ ਲੱਗਾ ਕਾਕਾ ਇਹ ਕੀ ਕਰ ਰਿਹਾ ਹੈ ਤੇ ਉਸਨੇ ਪੁੱਛਿਆ ਤੇਰਾ ਨਾਂ ਕੀ ਹੈ ਉਸਨੇ ਕਿਹਾ ਮੇਰਾ ਨਾਮ ਭਗਤ ਸਿੰਘ ਹੈ ਉਸਨੇ ਕਿਹਾ ਤੇ ਤੂੰ ਕੀ ਕਰ ਰਿਹਾ ਹੈ ਉਹਨੇ ਕਿਹਾ ਮੈਂ ਨਾ ਦਮੂਕਾਂ ਬੀਜ ਰਿਹਾ ਹੈ ਕਹਿੰਦਾ ਦਮੂਕਾਂ ਬੀਜ ਰਿਹਾ ਹੈ ਕਾਹਦੇ ਲਈ ਬੀਜ ਰਿਹਾ ਦਮੂਕਾਂ ਕਹਿੰਦਾ ਮੈਂ ਗੋਰਿਆਂ ਨੂੰ ਮਾਰਾਂਗਾ ਗੋਰੇ ਮੀਨਸ ਅੰਗਰੇਜ਼ਾਂ ਨੂੰ ਠੀਕ ਹੈ ਉਦੋਂ ਭਗਤ ਸਿੰਘ 2.5 ਈਅਰ ਦਾ ਸੀ 2.5 ਸਾਲ ਦਾ ਸੀ ਉਹਨੂੰ ਹਲੇ ਠੀਕ ਤਰ੍ਹਾਂ ਬੋਲਣਾ ਵੀ ਨਹੀਂ ਆਉਂਦਾ ਸੀ ਠੀਕ ਹੈ ਉਹਨੂੰ ਲੱਗਿਆ ਕਿ ਜਿੱਦਾਂ ਆਪਾਂ ਫਸਲਾਂ ਨੂੰ ਮਿੱਟੀ ਦੇ ਵਿੱਚ ਬੀਜਦੇ ਹਾਂ ਤੇ ਬਹੁਤ ਸਾਰੀਆਂ ਫਸਲਾਂ ਉੱਗ ਜਾਂਦੀਆਂ ਨੇ ਸ਼ਾਇਦ ਬੰਦੂਕਾਂ ਨੂੰ ਵੀ ਜ਼ਮੀਨ ਵਿੱਚ ਬੀਜਿਆ ਜਾਂਦਾ ਹੋਵੇ ਤੇ ਬਹੁਤ ਸਾਰੀਆਂ ਬੰਦੂਕਾਂ ਵੀ ਉੱਗ ਜਾਂਦੀਆਂ ਹਨ ਠੀਕ ਹੈ ਜਦੋਂ ਆਪਾਂ ਛੋਟੇ ਹੁੰਦੇ ਨਾ ਬੇਟਾ ਉਦੋਂ ਸਾਡੀ ਸਮਝ ਇੰਨੀ ਵਿਕਸਿਤ ਨਹੀਂ ਹੋਈ ਹੁੰਦੀ ਅਸੀਂ ਹਰੇਕ ਚੀਜ਼ ਨੂੰ ਸਮਝਦੇ ਹਾਂ ਕਿ ਗਰੋ ਕੀਤੀ ਜਾ ਸਕਦੀ ਹੈ ਆਪਾਂ ਆਪਣੇ ਛੋਟੇ ਭੈਣ ਭਰਾਵਾਂ ਦੇ ਅੰਦਰ ਵੀ ਇਹ ਸਾਈਕੋਲੋਜੀ ਦੇਖਦੇ ਹਾਂ ਕਿ ਉਹ ਹਰ ਚੀਜ਼ ਨੂੰ ਸਮਝਦਾ ਹੈ ਕਿ ਗਰੋ ਕੀਤਾ ਜਾ ਸਕਦਾ ਹੈ ਜੇ ਪੈਨਸਲ ਹੈ ਤੇ ਪੈਨਸਲ ਦਾ ਵੀ ਪੇੜ ਹੈ ਜਿੱਥੇ ਬਹੁਤ ਸਾਰੀਆਂ ਪੈਨਸਲਾਂ ਉੱਗਦੀਆਂ ਨੇ ਰੇਜ਼ਰ ਹੈ ਤੇ ਰੇਜ਼ਰ ਦਾ ਇੱਕ ਪੇੜ ਹੈ ਜਿੱਥੇ ਬਹੁਤ ਸਾਰੀਆਂ ਰੇਜ਼ਰ ਉੱਗਦੀਆਂ ਨੇ ਠੀਕ ਹੈ ਸੋ ਇਸੇ ਤਰ੍ਹਾਂ ਭਗਤ ਸਿੰਘ ਦੀ ਸੋਚ ਵੀ ਹੱਲੇ ਬਚਪਨ ਵਾਲੀ ਸੀ ਕਿ ਉਹ ਤੀਲੇ ਗੱਡਣ ਲੱਗਾ ਤੀਲਿਆਂ ਨੂੰ ਕੀ ਸਮਝ ਰਿਹਾ ਸੀ ਬੰਦੂਕਾਂ ਕਿ ਸ਼ਾਇਦ ਇਸ ਤਰ੍ਹਾਂ ਬਹੁਤ ਸਾਰੀਆਂ ਬੰਦੂਕਾਂ ਉੱਗ ਜਾਣ ਠੀਕ ਹੈ ਜਿਸ ਦਿਨ ਕਹਿੰਦੇ ਭਗਤ ਸਿੰਘ ਦਾ ਜਨਮ ਹੋਇਆ ਨਾ ਉਸ ਦਿਨ ਉਹਨਾਂ ਦੇ ਚਾਚਾ ਜੀ ਜਦੋਂ ਭਗਤ ਸਿੰਘ ਦੇ ਜਨਮ ਤੋਂ ਪਹਿਲਾਂ ਉਹਨਾਂ ਦੇ ਚਾਚਾ ਜੀ ਸਰਦਾਰ ਅਜੀਤ ਸਿੰਘ ਤੇ ਉਹਨਾਂ ਦੇ ਪਿਤਾ ਸਰਦਾਰ ਕਿਸ਼ਨ ਸਿੰਘ ਜਿਹੜੇ ਸੀ ਨਾ ਬੇਟਾ ਉਹ ਜੇਲ੍ਹ ਵਿੱਚ ਸੀ ਕਦੋਂ ਜੇਲ੍ਹ ਵਿੱਚ ਸੀ ਭਗਤ ਸਿੰਘ ਦੇ ਜਨਮ ਤੋਂ ਪਹਿਲਾਂ ਕਿਉਂ ਜੇਲ੍ਹ ਵਿੱਚ ਗਏ ਸੀ ਅੰਗਰੇਜ਼ਾਂ ਨੇ ਉਹਨਾਂ ਨੂੰ ਕਿਸੇ ਕੰਮ ਕਰਕੇ ਕਿਸੇ ਵਿਹਾਰ ਕਰਕੇ ਉਹਨਾਂ ਨੂੰ ਜੇਲ੍ਹ ਵਿੱਚ ਪਾ ਦਿੱਤਾ ਸੀ ਪਰ ਜਿਸ ਦਿਨ ਭਗਤ ਸਿੰਘ ਦਾ ਜਨਮ ਹੋਇਆ ਉਸੇ ਦਿਨ ਉਹਨਾਂ ਦੇ ਚਾਚਾ ਜੀ ਤੇ ਉਹਨਾਂ ਦੇ ਪਿਤਾ ਜੀ ਜੇਲ੍ਹ ਵਿੱਚੋਂ ਰਿਹਾ ਹੋ ਕੇ ਆਏ ਠੀਕ ਹੈ ਇਸ ਕਰਕੇ ਉਹਨਾਂ ਦੀ ਦਾਦੀ ਨੇ ਉਹਨਾਂ ਦਾ ਨਾਂ ਰੱਖ ਦਿੱਤਾ ਭਾਗਾਂ ਵਾਲਾ ਕੀ ਨਾਂ ਰੱਖ ਦਿੱਤਾ ਭਾਗਾਂ ਵਾਲਾ ਪੰਜਾਬੀ 'ਚ ਭਾਗਾਂ ਵਾਲੇ ਨੂੰ ਕਿਹਾ ਜਾਂਦਾ ਕਿਸਮਤ ਵਾਲਾ ਅਸੀਂ ਆਪਣੇ ਘਰ ਦੇ ਵਿੱਚ ਵੀ ਸ਼ਬਦ ਸੁਣਦੇ ਹਾਂ ਆਪਣੇ ਦਾਦੀ ਨਾਨੀ ਤੋਂ ਕਿ ਇਹ ਬੱਚਾ ਬੜਾ ਹੀ ਭਾਗਾਂ ਵਾਲਾ ਹੈ ਕਿਉਂ ਭਾਗਾਂ ਵਾਲਾ ਮੀਨਸ ਕਿਸਮਤ ਵਾਲਾ ਸੋ ਫਸਟ ਹੈ ਭਾਗਾਂ ਵਾਲਾ ਤੋਂ ਭਾਵ ਹੈ ਕਿਸਮਤ ਵਾਲਾ ਠੀਕ ਹੈ ਭਾਗਾਂ ਵਾਲਾ ਕਿਸ ਨੂੰ ਕਿਹਾ ਜਾਂਦਾ ਹੈ ਬੇਟਾ ਕਿਸਮਤ ਵਾਲੇ ਨੂੰ ਜਿੰਦਾ ਕਿਸਮਤ ਬਹੁਤ ਵਧੀਆ ਹੋਵੇ ਕਿਉਂ ਭਾਗਾਂ ਵਾਲਾ ਸੀ ਕਿਉਂਕਿ ਉਹਨਾਂ ਦੇ ਜਨਮ ਵਾਲੇ ਦਿਨ ਹੀ ਉਹਨਾਂ ਦੇ ਚਾਚਾ ਜੀ ਤੇ ਉਹਨਾਂ ਦੇ ਪਿਤਾ ਜੀ ਜੇਲ੍ਹ ਵਿੱਚੋਂ ਰਿਹਾ ਹੋ ਕੇ ਆਏ ਸਨ ਬਾਲ ਅੱਗੇ ਹੈ ਭਗਤ ਸਿੰਘ ਬੜਾ ਹੀ ਸੋਹਣਾ ਬਾਲ ਸੀ ਬਾਲ ਮੀਨਸ ਬੱਚਾ ਸੀ ਬਾਲ ਕਿਹਨੂੰ ਕਿਹਾ ਜਾਂਦਾ ਬੇਟਾ ਬੱਚਾ ਬਾਲ ਤੋਂ ਭਾਵ ਹੈ ਬੱਚਾ ਤੁਸੀਂ ਸਿਰਫ ਔਖੇ ਸ਼ਬਦਾਂ ਨੂੰ ਅੰਡਰਲਾਈਨ ਕਰਨਾ ਹੈ ਇਹਨਾਂ ਸ਼ਬਦਾਂ ਨੂੰ ਤੁਸੀਂ ਸਮਝਣਾ ਹੈ ਜਦੋਂ ਕੁਝ ਵੱਡਾ ਹੋਇਆ ਤੇ ਸਕੂਲ ਵਿੱਚ ਪੜ੍ਹਨ ਲਈ ਉਹਨਾਂ ਨੂੰ ਪਾ ਦਿੱਤਾ ਗਿਆ ਕਿਉਂਕਿ ਉਹਨਾਂ ਨੂੰ ਪੜ੍ਹਾਈ ਦਾ ਬਹੁਤ ਸ਼ੌਂਕ ਸੀ ਭਗਤ ਸਿੰਘ ਕਹਿੰਦੇ ਸਿਰਫ ਉਹੀ ਕਿਤਾਬਾਂ ਨਹੀਂ ਪੜ੍ਹਦੇ ਸਨ ਜਿਹੜੀਆਂ ਕਿਤਾਬਾਂ ਸਕੂਲ ਵੱਲੋਂ ਲਗਾਈਆਂ ਜਾਂਦੀਆਂ ਸਨ ਉਹ ਵੀ ਕਿਤਾਬਾਂ ਪੜ੍ਹਦੇ ਸਨ ਜਿਹੜੀਆਂ ਕਿਤਾਬਾਂ ਸਕੂਲ ਵੱਲੋਂ ਨਹੀਂ ਵੀ ਲਗਾਈਆਂ ਜਾਂਦੀਆਂ ਸਨ ਕਿਉਂਕਿ ਜਿਨ੍ਹਾਂ ਨੂੰ ਬੇਟਾ ਪੜ੍ਹਨ ਦਾ ਸ਼ੌਂਕ ਹੁੰਦਾ ਨਾ ਉਹ ਬਹੁਤ ਸਾਰੀਆਂ ਕਿਤਾਬਾਂ ਬੱਚੇ ਪੜ੍ਹਦੇ ਹਨ ਸੋ ਇੱਥੋਂ ਤੱਕ ਸਾਰਿਆਂ ਨੂੰ ਸਮਝ ਆ ਗਿਆ ਕੋਈ ਡਾਊਟ ਤਾਂ ਨਹੀਂ ਕਿਸੇ ਨੂੰ ਯੈਸ ਬੇਟਾ ਸਭ ਨੂੰ ਸਮਝ ਆ ਚੁੱਕਿਆ ਇੱਥੋਂ ਤੱਕ ਪਾਠ ਓਕੇ ਬੇਟਾ ਹੁਣ ਬੇਟਾ ਮੈਂ ਸਾਰਿਆਂ ਨੂੰ ਓਕੇ ਠੀਕ ਹੈ ਓਕੇ ਬੇਟਾ मैं समझा दिंदी हाँ दोबारा तो बोलना नहीं विच किसी ने भी मैं दोबारा तो समझा दिंदी हाँ भगत सिंह का असीं लेख पढ़न जा रहे हाँ भगत सिंह जो छोटा सी ना बेटा वो अपने घर के विहड़े विच ना इस तरह छोटे छोटे तीले बीज रहा सी मिट्टी दे विच एक आदमी ने उन्होंने
ਪੁੱਛਿਆ ਬੇਟਾ ਤੂੰ ਕੀ ਕਰ ਰਿਹਾ ਹੈ? ਤੇ ਉਹਨੇ ਕਿਹਾ ਮੈਂ ਨਾ ਇਹਦੇ ਵਿੱਚ ਦਮੂਕਾਂ ਬੀਜ ਰਿਹਾ। ਦਮੂਕਾਂ ਮੀਨਸ ਬੰਦੂਕਾਂ ਬੀਜ ਰਿਹਾ ਹੈ। ਉਹ ਕਹਿੰਦੇ ਬੰਦੂਕਾਂ ਕਿਉਂ ਬੀਜ ਰਿਹਾ ਹੈ? ਕਹਿੰਦੇ ਕਿਉਂਕਿ ਬਹੁਤ ਸਾਰੀਆਂ ਬੰਦੂਕਾਂ ਉੱਗ ਜਾਣਗੀਆਂ ਤੇ ਜਿਹਦੇ ਨਾਲ ਮੈਂ ਸਾਰੇ ਹੀ ਅੰਗਰੇਜ਼ਾਂ ਨੂੰ ਮਾਰ ਦੇਵਾਂਗਾ। ਠੀਕ ਹੈ, ਇਸ ਕਰਕੇ ਮੈਂ ਬੰਦੂਕਾਂ ਬੀਜ ਰਿਹਾ ਹੈ। ਫਿਰ ਜਿਸ ਸਮੇਂ ਭਗਤ ਸਿੰਘ ਦਾ ਜਨਮ ਹੋਣਾ ਸੀ ਉਸ ਤੋਂ ਪਹਿਲਾਂ ਉਹਨਾਂ ਦੇ ਚਾਚਾ ਜੀ ਸਰਦਾਰ ਅਜੀਤ ਸਿੰਘ ਤੇ ਉਹਨਾਂ ਦੇ ਪਿਤਾ ਸਰਦਾਰ ਕਿਸ਼ਨ ਸਿੰਘ ਜਿਹੜੇ ਸੀ ਉਹ ਜੇਲ੍ਹ ਵਿੱਚ ਸੀ। ਪਰ ਜਦੋਂ ਉਹਨਾਂ ਦਾ ਜਨਮ ਹੋਇਆ ਉਸੇ ਦਿਨ ਉਹ ਜੇਲ੍ਹ ਵਿੱਚੋਂ ਰਿਹਾ ਹੋ ਕੇ ਆ ਗਏ ਤੇ ਇਸ ਕਰਕੇ ਉਹਨਾਂ ਦੀ ਦਾਦੀ ਨੇ ਉਹਨਾਂ ਦਾ ਨਾਂ ਰੱਖ ਦਿੱਤਾ ਭਾਗਾਂਵਾਲਾ। ਭਾਗਾਂਵਾਲੇ ਤੋਂ ਹੀ ਉਹਨਾਂ ਦਾ ਨਾਂ ਪੈ ਗਿਆ ਭਗਤ ਸਿੰਘ। ਠੀਕ ਹੈ, ਭਗਤ ਸਿੰਘ ਬਹੁਤ ਹੀ ਸੋਹਣੇ ਬੱਚੇ ਸੀ। ਬਾਲ ਤੋਂ ਭਾਵ ਹੈ ਬੱਚਾ। ਠੀਕ ਹੈ, ਕਹਿੰਦੇ ਉਹਨਾਂ ਨੂੰ ਇੱਕ ਚੀਜ਼ ਦਾ ਸ਼ੌਂਕ ਸੀ। ਉਹ ਕਿਹੜਾ ਚੀਜ਼ ਸੀ? ਕਿਤਾਬਾਂ ਪੜ੍ਹਨ ਦਾ ਬਹੁਤ ਸ਼ੌਂਕ ਸੀ। ਜਦੋਂ ਉਹਨਾਂ ਨੂੰ ਸਕੂਲ ਵਿੱਚ ਦਾਖਲ ਕਰਵਾਇਆ ਤੇ ਉਹ ਸਕੂਲ ਦੀਆਂ ਕਿਤਾਬਾਂ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਕਿਤਾਬਾਂ ਪੜ੍ਹਦੇ ਸਨ। ਕਲੀਅਰ ਹੈ ਬੇਟਾ? ਫਿਰ 9 ਸਾਲ ਦੀ ਉਮਰ ਦੇ ਵਿੱਚ, ਕਿੰਨੀ ਉਮਰ ਦੇ ਵਿੱਚ? 9 ਸਾਲ। ਵਰੇ ਤੋਂ ਭਾਵ ਹੁੰਦਾ ਬੇਟਾ, ਵਰੇ ਲਿਖਿਆ ਨਾ ਕਿਤਾਬ ਦੇ ਵਿੱਚ, ਵਰੇ ਤੋਂ ਭਾਵ ਹੈ ਸਾਲ। ਜਦੋਂ ਉਹਨਾਂ ਦੀ ਉਮਰ 9 ਸਾਲ ਹੋਈ ਉਸ ਸਮੇਂ ਕਰਤਾਰ ਸਿੰਘ ਸਰਾਭਾ, ਕਰਤਾਰ ਸਿੰਘ ਸਰਾਭਾ ਵੀ ਇੱਕ ਦੇਸ਼ ਭਗਤ ਸੀ। ਠੀਕ ਹੈ, 9 ਸਾਲ ਦੀ ਉਮਰ ਵਿੱਚ ਭਗਤ ਸਿੰਘ ਨੂੰ ਕੀ ਪਤਾ ਲੱਗਾ? ਕਰਤਾਰ ਸਿੰਘ ਸਰਾਭਾ ਦੀ ਸ਼ਹੀਦੀ ਬਾਰੇ ਪਤਾ ਚੱਲਿਆ। ਕਿਹਦੀ ਸ਼ਹੀਦੀ ਬਾਰੇ? ਕਰਤਾਰ ਸਿੰਘ ਸਰਾਭਾ ਦੀ ਸ਼ਹੀਦੀ ਬਾਰੇ। ਜਦੋਂ ਇਹਨਾਂ ਨੂੰ ਸ਼ਹੀਦ ਕੀਤਾ ਗਿਆ ਉਦੋਂ ਭਗਤ ਸਿੰਘ ਦੀ ਉਮਰ ਕਿੰਨੀ ਸੀ? 9 ਸਾਲ। ਵਰੇ ਤੋਂ ਭਾਵ ਹੈ ਸਾਲ। 9 ਸਾਲ ਦੀ ਉਮਰ ਵਿੱਚ ਉਹਨਾਂ ਨੂੰ ਪਤਾ ਲੱਗਿਆ ਕਿ ਦੇਸ਼ ਭਗਤ ਕਰਤਾਰ ਸਿੰਘ ਸਰਾਭਾ ਨੂੰ ਸ਼ਹੀਦ ਕਰ ਦਿੱਤਾ ਗਿਆ ਹੈ। ਠੀਕ ਹੈ, ਤੇ ਉਹਨਾਂ ਨੇ ਆਜ਼ਾਦੀ ਦਾ ਰਸਾ ਖੁਸ਼ੀ-ਖੁਸ਼ੀ ਚੁੰਮ ਲਿਆ। ਇਸ ਗੱਲ ਦਾ ਭਗਤ ਸਿੰਘ ਦੇ ਮਨ ਤੇ ਬਹੁਤ ਅਸਰ ਹੋਇਆ। ਠੀਕ ਹੈ, ਉਹਨਾਂ ਨੇ ਅਖਬਾਰ ਦੇ ਵਿੱਚ ਨਾ ਕਰਤਾਰ ਸਿੰਘ ਸਰਾਭਾ ਜੀ ਦੀ ਇੱਕ ਫੋਟੋ ਛਪੀ ਹੋਈ ਸੀ। ਠੀਕ ਹੈ, ਤੇ ਉਹਨਾਂ ਨੇ ਕੀ ਕੀਤਾ? ਉਹ ਕਿਤਾਬ, ਉਹ ਅਖਬਾਰ ਦੇ ਵਿੱਚ ਜਿਹੜੀ ਫੋਟੋ ਛਪੀ ਸੀ ਉਹਨੂੰ ਕੱਟ ਲਿਆ ਤੇ ਉਹਨੂੰ ਕੱਟ ਕੇ ਆਪਣੇ ਬੈਗ ਦੇ ਵਿੱਚ ਪਾ ਲਿਆ। ਉਹ ਹਰ ਵੇਲੇ ਉਸ ਤਸਵੀਰ ਨੂੰ ਆਪਣੇ ਕੋਲ ਸਾਂਭ ਕੇ ਰੱਖਦੇ ਸੀ। ਠੀਕ ਹੈ, ਉਹਨਾਂ ਨੂੰ ਇੰਝ ਲੱਗਦਾ ਸੀ ਕਿ ਜਿਵੇਂ ਕਰਤਾਰ ਸਿੰਘ ਸਰਾਭਾ ਉਹਨਾਂ ਦਾ ਵੱਡਾ ਭਰਾ ਹੋਵੇ। ਵੱਡਾ ਭਰਾ ਨਹੀਂ ਸੀ ਪਰ ਕਰਤਾਰ ਸਿੰਘ ਸਰਾਭਾ ਦੇ ਬਾਰੇ ਉਹਨਾਂ ਦੇ ਮਨ ਵਿੱਚ ਬਹੁਤ ਪਿਆਰ ਸੀ। ਉਹ ਉਹਨਾਂ ਨੂੰ ਆਪਣੇ ਵੱਡੇ ਭਰਾ ਵਾਂਗ ਹੀ ਮੰਨਦੇ ਸੀ। ਠੀਕ ਹੈ ਬੇਟਾ, ਇੱਥੋਂ ਤੱਕ ਸਮਝ ਆ ਗਿਆ? ਪਹਿਲੇ ਨੰਬਰ ਤੇ ਉਹ ਜ਼ਮੀਨ ਵਿੱਚ ਤੀਲੇ ਬੀਜ ਰਿਹਾ ਸੀ। ਜਦੋਂ ਉਹਨੂੰ ਪੁੱਛਿਆ ਤਾਂ ਉਹਨੇ ਕਿਹਾ ਮੈਂ ਬੰਦੂਕਾਂ ਬੀਜ ਰਿਹਾ ਹੈ। ਕਿਉਂ ਬੀਜ ਰਿਹਾ ਹੈ? ਉਹ ਕਿਉਂਕਿ ਉਹ ਅੰਗਰੇਜ਼ਾਂ ਨੂੰ ਮਾਰਨਾ ਚਾਹੁੰਦਾ ਸੀ। ਦੂਸਰੇ ਨੰਬਰ ਤੇ ਆਪਾਂ ਪੜ੍ਹਿਆ ਭਗਤ ਸਿੰਘ ਦਾ ਜਦੋਂ ਜਨਮ ਹੋਇਆ ਉਹਨਾਂ ਦੇ ਚਾਚਾ ਜੀ ਤੇ ਸਰਦਾਰ ਅਜੀਤ ਸਿੰਘ ਤੇ ਉਹਨਾਂ ਦੇ ਪਿਤਾ ਸਰਦਾਰ ਕਿਸ਼ਨ ਸਿੰਘ ਜੀ। ਚਾਚਾ ਜੀ ਕੌਣ ਸੀ? ਸਰਦਾਰ ਅਜੀਤ ਸਿੰਘ ਭਗਤ ਸਿੰਘ ਦੇ ਚਾਚਾ ਜੀ ਸਨ। ਠੀਕ ਹੈ, ਤੇ ਉਹਨਾਂ ਦੇ ਪਿਤਾ ਜੀ ਕੌਣ ਸੀ? ਸਰਦਾਰ ਕਿਸ਼ਨ ਸਿੰਘ ਉਹਨਾਂ ਦੇ ਪਿਤਾ ਸੀ। ਜਿਸ ਦਿਨ ਇਹਨਾਂ ਦਾ ਜਨਮ ਹੋਇਆ ਇਹ ਜੇਲ੍ਹ ਵਿੱਚੋਂ ਰਿਹਾ ਹੋ ਕੇ ਆਏ ਸੀ। ਇਸ ਕਰਕੇ ਭਗਤ ਸਿੰਘ ਦੀ ਦਾਦੀ ਨੇ ਇਹਨਾਂ ਦਾ ਨਾਮ ਕੀ ਰੱਖ ਦਿੱਤਾ? ਭਾਗਾਂਵਾਲਾ ਰੱਖ ਦਿੱਤਾ। ਭਾਗਾਂਵਾਲਾ ਮੀਨਸ ਕਿਸਮਤ ਵਾਲਾ ਰੱਖ ਦਿੱਤਾ। ਫਿਰ ਇਹਨਾਂ ਨੂੰ ਇੱਕ ਚੀਜ਼ ਦਾ ਸ਼ੌਂਕ ਸੀ। ਕਾਹਦਾ ਸ਼ੌਂਕ ਸੀ? ਕਿਤਾਬਾਂ ਪੜ੍ਹਨ ਦਾ। ਕਾਹਦਾ ਸ਼ੌਂਕ ਸੀ ਬੇਟਾ ਇਹਨਾਂ ਨੂੰ? ਕਿਤਾਬਾਂ ਪੜ੍ਹਨ ਦਾ। ਜਦੋਂ ਇਹ 9 ਸਾਲ ਦੇ ਹੋਏ ਤੇ ਇਹਨਾਂ ਨੂੰ ਕਰਤਾਰ ਸਿੰਘ ਸਰਾਭਾ ਦੀ ਸ਼ਹੀਦੀ ਬਾਰੇ ਪਤਾ ਲੱਗਿਆ ਤੇ ਉਹਨਾਂ ਦੀ ਇੱਕ ਫੋਟੋ ਨਾ ਅਖਬਾਰ ਵਿੱਚ ਛਪੀ ਹੋਈ ਸੀ। ਇਹਨਾਂ ਨੇ ਉਹ ਫੋਟੋ ਨੂੰ ਕੱਟ ਕੇ ਆਪਣੀ ਜੇਬ ਦੇ ਵਿੱਚ ਪਾ ਲਿਆ ਤੇ ਇਹਨਾਂ ਨੂੰ ਇਵੇਂ ਲੱਗਦਾ ਸੀ ਜਿਵੇਂ ਕਰਤਾਰ ਸਿੰਘ ਸਰਾਭਾ ਇਹਨਾਂ ਦੇ ਭਰਾ ਹੋਣ। ਇਹ ਹਮੇਸ਼ਾ ਆਪਣੀ ਜੇਬ ਦੇ ਵਿੱਚ ਕਰਤਾਰ ਸਿੰਘ ਸਰਾਭਾ ਦੀ ਫੋਟੋ ਨੂੰ ਪਾ ਕੇ ਰੱਖਦੇ ਸਨ। ਠੀਕ ਹੈ ਬੇਟਾ, ਇੱਥੇ ਤੱਕ ਸਮਝ ਆ ਗਿਆ? ਕਿਸੇ ਨੂੰ ਕੋਈ ਡਾਊਟ ਤਾਂ ਨਹੀਂ? ਉਹ ਆਪਣੀ ਮੰਮੀ ਨੂੰ ਜਾਂ ਆਪਣੇ ਮਾਤਾ ਜੀ ਨੂੰ ਇਹ ਤਸਵੀਰ ਦਿਖਾਉਂਦੇ ਰਹਿੰਦੇ ਸੀ ਤੇ ਕਹਿੰਦੇ ਸੀ ਕਿ ਮੈਨੂੰ ਇਦਾਂ ਲੱਗਦਾ ਜਿਵੇਂ ਸਰਾਭਾ ਮੇਰਾ ਵੱਡਾ ਭਰਾ ਹੈ। ਕਲੀਅਰ? ਛੋਟੇ ਹੁੰਦੇ ਹੀ ਬੇਟਾ ਉਹਨਾਂ ਦੇ ਮਨ ਦੇ ਵਿੱਚ ਅੰਗਰੇਜ਼ਾਂ ਵਿਰੁੱਧ ਗੁੱਸਾ ਆ ਗਿਆ। ਭਗਤ ਸਿੰਘ ਦੇ ਮਨ ਵਿੱਚ ਕਿਸ ਦੇ ਵਿਰੁੱਧ ਗੁੱਸਾ ਸੀ? ਅੰਗਰੇਜ਼ਾਂ ਦੇ ਵਿਰੁੱਧ ਗੁੱਸਾ ਸੀ। ਠੀਕ ਹੈ, ਕਿਉਂ ਗੁੱਸਾ ਸੀ ਅੰਗਰੇਜ਼ਾਂ ਦੇ ਵਿਰੁੱਧ? ਕਿਉਂਕਿ ਅੰਗਰੇਜ਼ ਜਿਹੜੇ ਸੀ ਇਦਾਂ ਹੀ ਬਿਨਾਂ ਮਤਲਬ ਤੋਂ ਕਿਸੇ ਨੂੰ ਵੀ ਗੋਲੀ ਮਾਰ ਦਿੰਦੇ ਸੀ। ਅੰਗਰੇਜ਼ਾਂ ਵਿਰੁੱਧ ਗੁੱਸਾ ਕਿਸ ਦੇ ਮਨ ਦੇ ਵਿੱਚ ਸੀ? ਭਗਤ ਸਿੰਘ ਦੇ ਮਨ ਵਿੱਚ ਅੰਗਰੇਜ਼ਾਂ ਵਿਰੁੱਧ ਕੀ ਸੀ? ਗੁੱਸਾ। ਕਿਉਂ ਗੁੱਸਾ ਸੀ? ਕਿਉਂਕਿ ਬਿਨਾਂ ਵਜ੍ਹਾ ਹੀ ਅੰਗਰੇਜ਼ ਕਦੀ ਕਿਸੇ ਨੂੰ ਗੋਲੀ ਮਾਰ ਦਿੰਦੇ ਸੀ, ਕਦੀ ਕਿਸੇ ਨੂੰ ਮੌਤ ਦੇ ਘਾਟ ਉਤਾਰ ਦਿੰਦੇ ਸੀ। ਇਸ ਕਰਕੇ ਉਹ ਉਹਨਾਂ ਤੋਂ ਬਹੁਤ ਨਾਰਾਜ਼ ਸੀ। ਕਲੀਅਰ ਹੈ ਬੇਟਾ? ਕਹਿੰਦਾ ਅੰਗਰੇਜ਼ਾਂ ਦੀ ਹਕੂਮਤ ਕਰਕੇ ਉਹਨਾਂ ਦੇ ਚਾਚਾ ਸਰਦਾਰ ਅਜੀਤ ਸਿੰਘ ਨੂੰ ਬਿਨਾਂ ਵਜ੍ਹਾ ਤੋਂ ਹੀ ਜੇਲ੍ਹ ਵਿੱਚ ਰਹਿਣਾ ਪਿਆ। ਠੀਕ ਹੈ, ਉਹਨਾਂ ਦੇ ਚਾਚਾ ਜੀ ਤੇ ਪਿਤਾ ਜੀ ਜੇਲ੍ਹ ਵਿੱਚ ਰਹੇ ਸੀ ਨਾ, ਉਹਨਾਂ ਦਾ ਕੋਈ ਕਸੂਰ ਵੀ ਨਹੀਂ ਸੀ, ਫਿਰ ਵੀ ਉਹਨਾਂ ਨੂੰ ਜੇਲ੍ਹ ਵਿੱਚ ਰਹਿਣਾ ਪਿਆ। ਇਸ ਕਰਕੇ ਭਗਤ ਸਿੰਘ ਨੂੰ ਅੰਗਰੇਜ਼ਾਂ ਵਿਰੁੱਧ ਬਹੁਤ ਗੁੱਸਾ ਸੀ। ਠੀਕ ਹੈ ਬੇਟਾ, ਹਮੇਸ਼ਾ ਉਹਨਾਂ ਦੀ ਚਾਚੀ ਰੋਂਦੀ ਰਹਿੰਦੀ
वो अपनी चाची ਨੂੰ ਪੁੱਛਦਾ कि ਤੁਸੀਂ ਕਿਉਂ ਰੋਂਦੇ ਹੋ ਤੇ ਚਾਚੀ ਜੀ ਇਸ ਕਰਕੇ ਰੋਂਦੇ ਸੀ ਕਿਉਂਕਿ ਚਾਚਾ ਜੀ ਨੂੰ ਬਿਨਾਂ ਵਜ੍ਹਾ ਨਾਲ ਅੰਗਰੇਜ਼ ਲੈ ਜਾਂਦੇ ਸੀ, ਜੇਲ੍ਹ ਵਿੱਚ ਬੰਦ ਕਰ ਦਿੰਦੇ ਸੀ, ਉਹਨਾਂ ਨੂੰ ਮਾਰਦੇ ਸੀ, ਤਸੀਹੇ ਦਿੰਦੇ ਸੀ। ਭਗਤ ਸਿੰਘ ਆਪਣੀ ਚਾਚੀ ਨੂੰ ਰੋਂਦੇ ਹੋਏ ਚੁੱਪ ਕਰਾਉਂਦੇ ਹੋਏ ਕਹਿੰਦੇ ਕੋਈ ਨਹੀਂ, ਜਦੋਂ ਮੈਂ ਵੱਡਾ ਹੋ ਜਾਊਂਗਾ ਨਾ ਤੇ ਮੈਂ ਸਾਰੇ ਹੀ ਅੰਗਰੇਜ਼ਾਂ ਨੂੰ ਗੋਲੀਆਂ ਮਾਰ ਕੇ ਇੱਥੋਂ ਭਜਾ ਦੇਵਾਂਗਾ। ਫਰੰਗੀ ਕਿਹਨੂੰ ਕਹਿੰਦੇ ਆ? ਫਰੰਗੀ ਮੀਨਸ ਗੋਰੇ। ਫਰੰਗੀ ਤੋਂ ਭਾਵ ਅੰਗਰੇਜ਼, ਜਿਹੜੇ ਅੰਗਰੇਜ਼ ਸੀ ਉਹਨਾਂ ਬਾਰੇ ਉਹਨਾਂ ਨੇ ਕਿਹਾ ਹੈ। ਕਲੀਅਰ ਬੇਟਾ? ਫਿਰ ਥੋੜੀ ਹੀ ਦੇਰ ਬਾਅਦ ਅੰਗਰੇਜ਼ਾਂ ਨੇ ਜਲਿਆਂਵਾਲਾ ਬਾਗ, ਹੁਣ ਸਾਰਿਆਂ ਨੂੰ ਜਲਿਆਂਵਾਲੇ ਬਾਗ ਦਾ ਪਤਾ, ਸਾਰਿਆਂ ਨੇ ਦੇਖਿਆ ਜਲਿਆਂਵਾਲਾ ਬਾਗ? ਸੋ ਆਪਾਂ ਇੱਕ ਤਸਵੀਰ ਮੈਂ ਤੁਹਾਨੂੰ ਸ਼ੇਅਰ ਕਰਦੀ ਹਾਂ ਤੁਹਾਡੇ ਨਾਲ, ਠੀਕ ਹੈ ਬੇਟਾ? ਹਾਂਜੀ, ਸੋ ਇਹ ਕਾਹਦੀ ਤਸਵੀਰ ਹੈ? ਇਹ ਕਾਹਦੀ ਤਸਵੀਰ ਹੈ? ਜਲਿਆਂਵਾਲੇ ਬਾਗ ਦੀ। ਸੋ ਜਲਿਆਂਵਾਲਾ ਬਾਗ ਕਿੱਥੇ ਹੈ? ਅੰਮ੍ਰਿਤਸਰ ਦੇ ਵਿੱਚ, ਠੀਕ ਹੈ ਬੇਟਾ? ਜਲਿਆਂਵਾਲੇ ਬਾਗ ਦੇ ਵਿੱਚ ਬਹੁਤ ਸਾਰੇ ਲੋਕਾਂ ਦਾ ਇਕੱਠ ਬੈਠਿਆ ਹੋਇਆ ਸੀ। ਕਾਹਦੇ ਲਈ ਇਕੱਠ ਬੈਠਿਆ ਸੀ? ਲੋਕ ਵਿਚਾਰ ਵਟਾਂਦਰਾ ਕਰਨ ਲਈ ਬੈਠੇ ਸੀ ਕਿ ਅੰਗਰੇਜ਼ਾਂ ਨੂੰ ਕਿਵੇਂ ਆਪਣੇ ਦੇਸ਼ ਤੋਂ ਭਜਾਇਆ ਜਾਵੇ, ਠੀਕ ਹੈ? ਇਸੇ ਲਈ ਇੱਕ ਚਰਚਾ ਚੱਲ ਰਹੀ ਸੀ। ਕਿੱਥੇ ਚੱਲ ਰਹੀ ਸੀ? ਜਲਿਆਂਵਾਲੇ ਬਾਗ ਦੇ ਵਿੱਚ। ਇਸ ਗੱਲ ਦਾ ਪਤਾ ਜਿਹੜਾ ਸੀ ਅੰਗਰੇਜ਼ੀ ਅਫਸਰ ਨੂੰ ਲੱਗ ਗਿਆ। ਕਿਹਨੂੰ ਲੱਗ ਗਿਆ? ਇੱਕ ਅੰਗਰੇਜ਼ੀ ਅਫਸਰ ਜਨਰਲ ਡਾਇਰ। ਕੌਣ ਸੀ? ਜਨਰਲ ਡਾਇਰ ਨੂੰ ਪਤਾ ਲੱਗਿਆ ਕਿ ਬਹੁਤ ਸਾਰੇ ਲੋਕਾਂ ਦਾ ਇਕੱਠ ਜਿਹੜਾ ਹੈ ਜਲਿਆਂਵਾਲੇ ਬਾਗ ਵਿੱਚ ਬੈਠਾ ਹੈ। ਸੋ ਜਲਿਆਂਵਾਲੇ ਬਾਗ ਨੂੰ ਜਨਰਲ ਡਾਇਰ ਤੇ ਅੰਗਰੇਜ਼ੀ ਸਿਪਾਹੀਆਂ ਨੇ ਚਾਰੇ ਪਾਸਿਓਂ ਘੇਰ ਲਿਆ ਤੇ ਉੱਥੇ ਬੈਠੇ ਹੋਏ ਲੋਕਾਂ ਦੇ ਉੱਪਰ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਕਿਹੜੇ ਲੋਕਾਂ ਉੱਪਰ? ਨਿਹੱਥੇ। ਨਿਹੱਥੇ ਹੁੰਦਾ ਜਿਹੜਾ ਜਿਨ੍ਹਾਂ ਦੇ ਕੋਲ ਕੋਈ ਵੀ ਹਥਿਆਰ ਨਾ ਹੋਵੇ, ਉਹਨਾਂ ਨੂੰ ਕਹਿੰਦੇ ਆ ਨਿਹੱਥੇ। ਲੋਕਾਂ ਦੇ ਉੱਪਰ ਉਹਨਾਂ ਨੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਕਿੰਨੇ ਗੋਲੀਆਂ ਚਲਾਈਆਂ ਸੀ? ਜਨਰਲ ਡਾਇਰ ਨਾਂ ਦੇ ਅੰਗਰੇਜ਼ੀ ਅਫਸਰ ਨੇ ਕਿੱਥੇ ਗੋਲੀਆਂ ਚਲਾਈਆਂ? ਜਲਿਆਂਵਾਲੇ ਬਾਗ ਦੇ ਵਿੱਚ ਗੋਲੀਆਂ ਚਲਾਈਆਂ, ਜਿਸ ਦੇ ਕਾਰਨ ਹਜ਼ਾਰਾਂ ਦੀ ਗਿਣਤੀ ਵਿੱਚ ਉੱਥੇ ਲੋਕਾਂ ਨੂੰ ਸ਼ਹੀਦ ਕਰ ਦਿੱਤਾ ਗਿਆ, ਮਾਰ ਦਿੱਤਾ ਗਿਆ, ਠੀਕ ਹੈ? ਕੁਝ ਲੋਕਾਂ ਨੇ ਆਪਣੀ ਜਾਨ ਬਚਾਉਣ ਲਈ ਬੇਟਾ ਉੱਥੇ ਨਾ ਇੱਕ ਖੂਹ ਸੀ, ਖੂਹ ਦੇ ਵਿੱਚ ਛਾਲਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ ਕਿ ਸ਼ਾਇਦ ਆਪਾਂ ਬਚ ਜਾਵਾਂਗੇ। ਪਰ ਇੱਕ ਤੋਂ ਬਾਅਦ ਦੂਜਾ, ਦੂਜੇ ਤੋਂ ਬਾਅਦ ਤੀਜਾ, ਜਦੋਂ ਇੱਕ ਤੋਂ ਬਾਅਦ ਦੂਜਾ ਉੱਪਰ ਡਿੱਗੇਗਾ ਤੇ ਦੂਜੇ ਨੂੰ, ਪਹਿਲੇ ਵਾਲੇ ਨੂੰ ਸੱਟ ਲੱਗੇਗੀ। ਇਸ ਕਰਕੇ ਬਹੁਤ ਸਾਰੇ ਲੋਕ ਉਸ ਖੂਹ ਵਿੱਚ ਹੀ ਮਰ ਗਏ, ਠੀਕ ਹੈ? ਹਰੇਕ ਨੂੰ ਆਪਣੀ ਜਾਨ ਪਿਆਰੀ ਹੁੰਦੀ ਹੈ। ਵੇਖਦੇ ਵੇਖਦੇ ਕਿਤਾ ਜਿਹੜਾ ਜਲਿਆਂਵਾਲੇ ਬਾਗ ਦਾ ਜਗ੍ਹਾ ਸੀ ਨਾ, ਜ਼ਮੀਨ ਸੀ, ਉਹਦੀ ਮਿੱਟੀ ਲਾਲ ਰੰਗ ਦੀ ਹੋ ਗਈ। ਕਿਉਂ ਲਾਲ ਹੋ ਗਈ? ਕਿਉਂਕਿ ਬਹੁਤ ਸਾਰੇ ਲੋਕਾਂ ਦਾ ਖੂਨ ਜਿਹੜਾ ਸੀ ਉਸ ਮਿੱਟੀ ਤੇ ਡੁੱਲ ਗਿਆ ਸੀ, ਠੀਕ ਹੈ? ਅੱਜ ਵੀ ਅਗਰ ਅਸੀਂ ਆਪਾਂ ਜਾ ਕੇ ਦੇਖਾਂਗੇ ਨਾ, ਅੱਜ ਵੀ ਜਲਿਆਂਵਾਲੇ ਬਾਗ ਦੀ ਮਿੱਟੀ ਲਾਲ ਹੈ। ਜਦੋਂ ਇਸ ਘਟਨਾ ਦਾ ਪਤਾ ਭਗਤ ਸਿੰਘ ਨੂੰ ਲੱਗਿਆ, ਉਹਨਾਂ ਦੀ ਉਮਰ 12 ਸਾਲ ਸੀ। ਕਿੰਨੀ ਸਾਲ ਸੀ? 12 ਸਾਲ ਦੀ ਉਮਰ ਦੇ ਵਿੱਚ ਉਹਨਾਂ ਨੂੰ ਕਿਹੜੀ ਘਟਨਾ ਦਾ ਪਤਾ ਲੱਗਿਆ ਬੇਟਾ? ਜਲਿਆਂਵਾਲੇ ਬਾਗ ਦੀ ਘਟਨਾ ਦਾ। 9 ਸਾਲ ਦੀ ਉਮਰ ਦੇ ਵਿੱਚ ਉਹਨਾਂ ਨੂੰ ਪਤਾ ਲੱਗਿਆ ਕਰਤਾਰ ਸਿੰਘ ਸਰਾਭੇ ਦੀ ਸ਼ਹੀਦੀ ਬਾਰੇ। ਜਦੋਂ 12 ਸਾਲ ਦੇ ਹੋਏ, ਉਹਨਾਂ ਨੂੰ ਜਲਿਆਂਵਾਲੇ ਬਾਗ ਦੀ ਘਟਨਾ ਬਾਰੇ ਪਤਾ ਚੱਲਿਆ। ਉਹਨਾਂ ਦੇ ਮਨ ਵਿੱਚ ਇੰਨਾ ਗੁੱਸਾ ਆਇਆ, ਉਹ ਟ੍ਰੇਨ ਤੇ ਚੜ੍ਹ ਕੇ ਸਿੱਧੇ ਅੰਮ੍ਰਿਤਸਰ ਚਲੇ ਗਏ। ਅੰਮ੍ਰਿਤਸਰ ਜਾ ਕੇ ਉਹਨਾਂ ਨੇ ਦੇਖਿਆ ਤੇ ਮਿੱਟੀ ਬਿਲਕੁਲ ਲਾਲ ਰੰਗ ਦੀ ਹੋਈ ਸੀ। ਕਿਉਂ ਹੋਈ ਸੀ ਲਾਲ ਰੰਗ ਦੀ? ਕਿਉਂਕਿ ਲੋਕਾਂ ਦਾ ਲਹੂ ਉਸ ਮਿੱਟੀ ਤੇ ਡੁੱਲਿਆ ਹੋਇਆ ਸੀ। ਛੋਟੇ ਛੋਟੇ ਬੱਚੇ, ਬਜ਼ੁਰਗ, ਲੇਡੀਜ਼, ਜੈਂਟਸ, ਸਾਰੇ ਲੋਕ ਉੱਥੇ ਬੇਟਾ ਉਹਨਾਂ ਦੀਆਂ ਲਾਸ਼ਾਂ ਖਿੜੀਆਂ ਪਈਆਂ ਸੀ, ਵਿਖਰੀਆਂ ਪਈਆਂ ਸੀ। ਉਹਨਾਂ ਨੇ ਇੱਕ ਕੱਚ ਦੀ ਸ਼ੀਸ਼ੀ ਲਈ। ਕੱਚ ਦੀ ਸ਼ੀਸ਼ੀ ਸਮਝਦੇ ਹੋ? ਆਈ ਡ੍ਰੌਪ ਵਾਲੀ ਸ਼ੀਸ਼ੀ ਮੰਨ ਲਓ, ਕੋਈ ਵੀ ਆਪਾਂ ਕੱਚ ਦੀ ਸ਼ੀਸ਼ੀ ਲੈ ਲੈਂਦੇ ਹੈ ਨਾ, ਉਹਦੇ ਵਿੱਚ ਉਹਨੇ ਮਿੱਟੀ ਭਰ ਲਈ। ਕਿਹੜੀ ਮਿੱਟੀ ਭਰ ਲਈ? ਉਹ ਖੂਨ ਨਾਲ ਲਿਬੜੀ ਹੋਈ ਮਿੱਟੀ ਭਰ ਲਈ ਤੇ ਆ ਕੇ ਆਪਣੇ ਕਮਰੇ ਵਿੱਚ ਨਾ ਉਹ ਮਿੱਟੀ ਨੂੰ ਦੇਖ ਕੇ ਜ਼ੋਰ ਜ਼ੋਰ ਦੀ ਰੋਂਦਾ। ਜੋ ਕਿਉਂ ਰੋਂਦਾ? ਕਿਉਂਕਿ ਅੰਗਰੇਜ਼ ਇੰਨਾ ਜ਼ੁਲਮ ਕਰ ਰਹੇ ਸੀ। ਉਹਦੇ ਮਨ 'ਚ ਤਰਸ ਆ ਰਿਹਾ ਸੀ, ਕਿਉਂ ਲੋਕਾਂ ਤੇ ਇੰਨਾ ਨਿਹੱਥੇ ਲੋਕਾਂ ਤੇ ਜ਼ੁਲਮ ਕਰ ਰਹੇ ਸੀ। ਸੋ ਕਿੰਨੇ ਦਿਨਾਂ ਤੱਕ ਉਹਨੇ ਰੋਟੀ ਨਹੀਂ ਖਾਧੀ, ਕਈ ਡੰਗ ਤੱਕ ਰੋਟੀ ਨਾ ਖਾਧੀ, ਮੀਨਸ ਕਿੰਨੇ ਦਿਨਾਂ ਤੱਕ ਰੋਟੀ ਨਹੀਂ ਖਾਧੀ, ਠੀਕ ਹੈ ਬੇਟਾ? ਸੋ ਉਹਨੇ ਕਿੰਨੇ ਦਿਨਾਂ ਤੱਕ ਜਦੋਂ ਰੋਟੀ ਨਹੀਂ ਖਾਧੀ, ਉਹਨਾਂ ਦੇ ਮਾਤਾ ਜੀ ਨੇ ਸਮਝਾਇਆ, ਪਰ ਹੁਣ ਉਹਦੇ ਮਨ ਦੇ ਵਿੱਚ ਕੀ ਆ ਗਿਆ ਸੀ ਕਿ ਮੈਂ ਇਹਨਾਂ ਅੰਗਰੇਜ਼ਾਂ ਨੂੰ ਆਪਣੇ ਦੇਸ਼ ਦੇ ਵਿੱਚੋਂ ਬਾਹਰ ਕੱਢ ਦੇਣਾ ਹੈ। ਕਿੱਥੇ ਕੱਢ ਦੇਣਾ ਹੈ? ਬਾਹਰ ਕੱਢ ਦੇਣਾ ਹੈ। ਕਲੀਅਰ ਹੈ ਬੇਟਾ? ਭਗਤ ਸਿੰਘ ਨੂੰ ਛੋਟੇ ਹੁੰਦੇ ਕਹਿੰਦਾ ਅੰਗਰੇਜ਼ਾਂ ਦੇ ਵਿਰੁੱਧ ਗੁੱਸਾ ਸੀ। ਅੰਗਰੇਜ਼ੀ ਹਕੂਮਤ ਕਰਕੇ ਉਹਨਾਂ ਦੇ ਚਾਚਾ ਜੀ ਨੂੰ ਜੇਲ੍ਹ ਵਿੱਚ ਬੰਦ ਰਹਿਣਾ ਪਿਆ, ਜਿਸ ਕਰਕੇ ਉਸਦੇ ਚਾਚਾ ਜੀ ਬਹੁਤ ਦਿਨਾਂ ਤੱਕ ਜੇਲ੍ਹ ਵਿੱਚ ਰਹਿੰਦੇ ਸੀ ਤੇ ਚਾਚੀ ਰੋਂਦੀ ਰਹਿੰਦੀ ਸੀ। ਫਿਰ ਉਹਨੇ ਆਪਣੀ ਚਾਚੀ ਨੂੰ ਕੀ ਸਮਝਾਇਆ ਕਿ ਮੈਂ ਜਦੋਂ ਵੱਡਾ ਹੋ ਜਾਊਂਗਾ ਤੇ ਮੈਂ ਇਹਨਾਂ ਸਾਰੇ ਗੋਰਿਆਂ ਨੂੰ ਮਾਰ ਭਜਾਵਾਂਗਾ, ਠੀਕ ਹੈ ਬੇਟਾ? ਫਿਰ ਅਗਲਾ ਪੈਰਾਗ੍ਰਾਫ 'ਚ ਆਪਾਂ ਪੜ੍ਹਿਆ ਅੰਮ੍ਰਿਤਸਰ ਦੇ ਜਲਿਆਂਵਾਲੇ ਬਾਗ ਦੇ ਸਾਕੇ ਸਮੇਂ। ਸਾਕਾ ਮੀਨਸ ਜਿਸ ਸਮੇਂ ਉਹ ਘਟਨਾ ਘਟੀ। ਸਾਕਾ
ਉਹ ਸਮਾਂ ਜਿਸ ਸਮੇਂ ਘਟਨਾ ਘਟੀ। ਠੀਕ ਹੈ, ਭਗਤ ਸਿੰਘ ਦੀ ਉਮਰ ਕਿੰਨੇ ਸਾਲ ਦੀ ਸੀ? 12 ਸਾਲ ਦੀ ਸੀ। ਜਦੋਂ ਉਹਨਾਂ ਨੂੰ ਇਸ ਖਬਰ ਬਾਰੇ ਪਤਾ ਚੱਲਿਆ ਤੇ ਉਹ ਗੱਡੀ ਚੜ੍ਹ ਕੇ ਅੰਮ੍ਰਿਤਸਰ ਪਹੁੰਚ ਗਏ। ਉੱਥੇ ਉਹਨਾਂ ਨੇ ਬਾਗ ਵਿੱਚ ਸ਼ਹੀਦਾਂ ਦੇ ਲਹੂ ਨਾਲ ਭਿੱਜੀ ਮਿੱਟੀ ਹੋਈ ਸ਼ੀਸ਼ੀ ਇੱਕ ਸ਼ੀਸ਼ੀ ਵਿੱਚ ਪਾ ਲਈ ਤੇ ਘਰ ਆ ਕੇ ਕਈ ਡੰਗ ਤੱਕ ਰੋਟੀ ਨਾ ਖਾਧੀ। ਡੰਗ ਮੀਨਸ ਕਈ ਦਿਨਾਂ ਤੱਕ ਰੋਟੀ ਨਾ ਖਾਧੀ। ਕਿਉਂ ਨਹੀਂ ਖਾਧੀ? ਕਿਉਂਕਿ ਉਸਦੇ ਮਨ ਵਿੱਚ ਦੁੱਖ ਸੀ ਕਿ ਅੰਗਰੇਜ਼ ਕਿਉਂ ਲੋਕਾਂ ਨੂੰ ਮਾਰ ਰਹੇ ਨੇ ਜਿਨ੍ਹਾਂ ਦਾ ਕੋਈ ਕਸੂਰ ਵੀ ਨਹੀਂ ਹੈ। ਠੀਕ ਹੈ, ਜਦੋਂ ਵੀ ਉਸ ਮਿੱਟੀ ਨੂੰ ਦੇਖਦਾ ਸੀ ਨਾ ਬੇਟਾ, ਉਹ ਕਚੀਚੀਆਂ ਵੱਟਦਾ ਸੀ। ਕਚੀਚੀਆਂ ਮੀਨਸ ਅਸੀਂ ਆਪਣੇ ਛੋਟੇ ਭੈਣ ਭਰਾਵਾਂ ਨੂੰ ਦੇਖਿਆ ਹੋਵੇ, ਮੰਨ ਲਓ ਉਹਨਾਂ ਕੋਲ ਤੁਸੀਂ ਕੋਈ ਚੀਜ਼ ਖੋਹ ਲੈਂਦੇ ਹੋ, ਆਪਣੇ ਦੰਦਾਂ ਨੂੰ ਬੰਦ ਕਰਕੇ ਇਹ ਕਰਦੇ ਆ ਨਾ, ਮਤਲਬ ਆਪਣੇ ਗੁੱਸੇ ਦੇ ਨਾਲ ਆਪਣੇ ਸਰੀਰ ਨੂੰ ਮਤਲਬ ਗੁੱਸੇ 'ਚ ਲੈਂਦੇ। ਸੋ ਭਗਤ ਸਿੰਘ ਵੀ ਉਸ ਨੂੰ ਵੇਖ ਕੇ ਕਚੀਚੀਆਂ ਵੱਟਣ ਲੱਗ ਪੈਂਦਾ ਸੀ। ਕਚੀਚੀਆਂ ਵੱਟਣਾ ਇੱਕ ਮੁਹਾਵਰਾ ਹੈ, ਇਸ ਤੋਂ ਭਾਵ ਹੈ ਬਹੁਤ ਗੁੱਸੇ ਵਿੱਚ ਆਣਾ। ਨੋਟ ਕਰੋ, ਕਚੀਚੀਆਂ ਵੱਟਣਾ ਮੁਹਾਵਰਾ ਹੈ ਬੇਟਾ, ਇਸ ਤੋਂ ਭਾਵ ਹੈ ਬਹੁਤ ਗੁੱਸੇ ਵਿੱਚ ਆਉਣਾ। ਠੀਕ ਹੈ, ਕਚੀਚੀਆਂ ਵੱਟਣਾ ਮੀਨਸ ਬਹੁਤ ਗੁੱਸੇ ਵਿੱਚ ਆਉਣਾ। ਗੁੱਸੇ ਵਿੱਚ ਆਉਣਾ ਜਾਂ ਬਹੁਤ ਗੁੱਸੇ ਵਿੱਚ ਆਉਣਾ, ਇਸ ਤੋਂ ਭਾਵ ਹੈ ਕਚੀਚੀਆਂ ਵੱਟਣਾ। ਠੀਕ ਹੈ ਬੱਚੇ, ਫਿਰ ਕੀ ਹੋਇਆ? ਹੁਣ ਆਪਾਂ ਨੈਕਸਟ ਪੜਾਂਗੇ। ਕਹਿੰਦਾ ਸਕੂਲ ਵਿੱਚ ਨਾ ਭਗਤ ਸਿੰਘ ਸਾਰਿਆਂ ਦਾ ਮਿੱਤਰ ਸੀ। ਮਿੱਤਰ ਮੀਨਸ ਸਾਰਿਆਂ ਨੂੰ ਆਪਣਾ ਦੋਸਤ ਕਹਿੰਦਾ ਸੀ, ਚਾਹੇ ਉਹ ਬੁੱਢਾ ਹੋਵੇ, ਚਾਹੇ ਛੋਟਾ ਹੋਵੇ, ਚਾਹੇ ਬੱਚਾ ਹੋਵੇ, ਉਹ ਸਾਰਿਆਂ ਨੂੰ ਕਹਿੰਦਾ ਸੀ ਸਾਰੇ ਹੀ ਮੇਰੇ ਦੋਸਤ ਹਨ। ਸਾਰੇ ਸਟੂਡੈਂਟ ਉਸ ਨੂੰ ਬੜਾ ਹੀ ਚੰਗਾ ਸਮਝਦੇ ਸਨ। ਉਹ ਹਰੇਕ ਉਮਰ ਦੇ ਲੋਕਾਂ ਨਾਲ ਆਪਣੀ ਮਿੱਤਰਤਾ ਪਾ ਲੈਂਦਾ ਸੀ। ਇੱਕ ਵਾਰੀ ਭਗਤ ਸਿੰਘ ਬੇਟਾ ਛੋਟਾ ਜਿਹਾ ਸੀ ਤੇ ਨਾ ਉਹਦੇ ਕੱਪੜੇ ਜਿਵੇਂ ਖਰਾਬ ਹੋ ਜਾਂਦੇ ਆ ਤੇ ਆਪਾਂ ਦੇ ਮੰਮਾ ਸਾਨੂੰ ਨਵੇਂ ਕੱਪੜੇ ਲੈ ਕੇ ਦਿੰਦੇ ਨਾ, ਪਹਿਲਾਂ ਲੋਕੀ ਦਰਜੀ ਕੋ ਜਾ ਕੇ ਕੱਪੜੇ ਸਿਲਾਉਂਦੇ ਸੀ ਤੇ ਉਹਨਾਂ ਦੀ ਵੀ ਸ਼ਰਟ ਵਗੈਰਾ ਫਟ ਗਈ ਤੇ ਉਹਨਾਂ ਦੀ ਮੰਮੀ ਨੇ ਘਰ ਵਿੱਚ ਇੱਕ ਦਰਜੀ ਬੁਲਾਇਆ। ਦਰਜੀ ਨੇ ਭਗਤ ਸਿੰਘ ਦਾ ਨਾਪ ਲਿਆ ਤੇ ਉਹਨਾਂ ਵਾਸਤੇ ਇੱਕ ਕਮੀਜ਼ ਸੀ ਕੇ ਲਿਆਇਆ। ਤੇ ਭਗਤ ਸਿੰਘ ਮਨ 'ਚ ਪਤਾ ਕੀ ਸੋਚਣ ਲੱਗਾ? ਭਗਤ ਸਿੰਘ ਕਹਿੰਦਾ ਇਹ ਮੇਰੇ ਲਈ ਕਮੀਜ਼ ਤਾਂ ਸੀ ਕੇ ਲਿਆਇਆ ਕਿਉਂਕਿ ਇਹ ਮੇਰਾ ਦੋਸਤ ਹੈ। ਕਿਉਂ? ਕਿਉਂਕਿ ਉਹਨਾਂ ਦੇ ਮਨ 'ਚ ਕੀ ਸੀ? ਉਹ ਹਰੇਕ ਨੂੰ ਆਪਣਾ ਦੋਸਤ ਸਮਝਦੇ ਸੀ। ਉਹਨਾਂ ਨੂੰ ਲੱਗਿਆ ਕਿ ਮੇਰਾ ਦੋਸਤ ਹੈ, ਇਸ ਕਰਕੇ ਮੇਰੇ ਲਈ ਕਮੀਜ਼ ਸੀ ਕੇ ਲਿਆਇਆ। ਠੀਕ ਹੈ ਬੇਟਾ, ਇਸ ਕਰਕੇ ਹੁਣ ਭਗਤ ਸਿੰਘ ਸਾਰਿਆਂ ਦੇ ਜਦੋਂ ਵੱਡੇ ਹੋਏ ਤੇ ਸਾਰਿਆਂ ਦੇ ਦੋਸਤ ਬਣ ਗਏ। ਸੱਚੀ ਬਣੇ ਨਾ ਦੋਸਤ। ਅਸੀਂ ਉਹਨਾਂ ਦੇ ਕੁਝ ਵੀ ਨਹੀਂ ਲੱਗਦੇ ਸੀ, ਪਰ ਉਹਨਾਂ ਨੇ ਸਾਨੂੰ ਆਜ਼ਾਦ ਕਰਾਉਣ ਲਈ ਆਪਣੀ ਜਾਨ ਕੁਰਬਾਨ ਕਰ ਦਿੱਤੀ, ਕੀਤੀ ਹੈ ਨਾ। ਤਾਂ ਹੀ ਤੇ ਅਸੀਂ ਆਪਣੀ ਦੇਸ਼ ਦੇ ਵਿੱਚ ਅੱਜ ਆਜ਼ਾਦ ਹੋ ਕੇ ਬੈਠੇ ਹਾਂ। ਅਸੀਂ ਪੜ੍ਹ ਰਹੇ ਹਾਂ, ਅਸੀਂ ਕਿਤੇ ਵੀ ਜਾ ਸਕਦੇ ਹਾਂ, ਸਾਡੇ ਤੇ ਕੋਈ ਆ ਕੇ ਜ਼ੁਲਮ ਨਹੀਂ ਢਾ ਸਕਦਾ। ਠੀਕ ਹੈ, ਕਿੰਨਾ ਕਰਕੇ? ਦੇਸ਼ ਭਗਤਾਂ ਕਰਕੇ। ਨੈਕਸਟ 1928 ਵਿੱਚ ਬੇਟਾ 1928 ਵਿੱਚ ਆਪਾਂ ਇਹ ਹਿਸਟਰੀ 'ਚ ਪੜ੍ਹਿਆ ਹੈ ਸਾਈਮਨ ਕਮਿਸ਼ਨ ਗੋ ਬੈਕ। ਪੜ੍ਹਿਆ ਨਾ, ਸਾਈਮਨ ਕਮਿਸ਼ਨ ਗੋ ਬੈਕ। ਸਾਈਮਨ ਕਮਿਸ਼ਨ ਭਾਰਤ ਆਇਆ ਹੋਇਆ ਸੀ, ਉਸ ਨੂੰ ਵਾਪਸ ਭੇਜਣ ਦੇ ਨਾਅਰੇ ਲਗਾਏ ਜਾ ਰਹੇ ਸਨ। ਸੋ ਇਸ ਕਰਕੇ ਇੱਕ ਜਲੂਸ ਕੱਢਿਆ ਗਿਆ। ਜਲੂਸ ਕੱਢਿਆ ਗਿਆ ਜਿਸ ਵਿੱਚ ਭਗਤ ਸਿੰਘ ਜਿਹੜੇ ਲਾਲਾ ਲਾਜਪਤ ਰਾਏ ਸੀ ਉਸ ਜਲੂਸ ਦੇ ਮੁੱਖ ਅਗਵਾਈਕਾਰ ਸੀ। ਉਹਨਾਂ ਦੀ ਅਗਵਾਈ ਵਿੱਚ ਇੱਕ ਜਲੂਸ ਕੱਢਿਆ ਗਿਆ ਜਿਸ ਵਿੱਚ ਸਾਈਮਨ ਕਮਿਸ਼ਨ ਨੂੰ ਭਾਰਤ ਵਿੱਚੋਂ ਬਾਹਰ ਭੇਜਣ ਦਾ ਨਾਅਰਾ ਸੀ। ਠੀਕ ਹੈ, ਜਦੋਂ ਇਸ ਕਮਿਸ਼ਨ ਨੇ ਇਸ ਜਲੂਸ ਬਾਰੇ ਪੁਲਿਸ ਨੂੰ ਪਤਾ ਲੱਗਿਆ ਤੇ ਪੁਲਿਸ ਨੇ ਲੋਕਾਂ ਤੇ ਡਾਂਗਾ ਮਾਰਨੀਆਂ ਸ਼ੁਰੂ ਕਰ ਦਿੱਤੀਆਂ। ਡਾਂਗਾ ਮੀਨਸ ਸੋਟੀਆਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ। ਠੀਕ ਹੈ ਬੇਟਾ, ਤੇ ਉਸ ਜਲੂਸ ਦੇ ਵਿੱਚ ਲਾਲਾ ਲਾਜਪਤ ਰਾਏ ਦੀ ਸਿਰ ਦੇ ਵਿੱਚ ਇੱਕ ਸੋਟੀ ਵੱਜੀ ਜਿਸ ਕਰਕੇ ਉਹਨਾਂ ਦੀ ਮੌਤ ਹੋ ਗਈ। ਸੋ ਕੁਐਸਚਨ ਹੈ, ਲਾਲਾ ਲਾਜਪਤ ਰਾਏ ਦੀ ਮੌਤ ਕਿਵੇਂ ਹੋਈ? ਸਿਰ ਦੇ ਵਿੱਚ ਸੋਟੀ ਲੱਗਣ ਦੇ ਕਰਕੇ ਲਾਲਾ ਲਾਜਪਤ ਰਾਏ ਦੀ ਮੌਤ ਹੋ ਗਈ। ਕਲੀਅਰ ਹੈ ਬੇਟਾ? ਤੇ ਜਦੋਂ ਇਸ ਗੱਲ ਦਾ ਪਤਾ ਭਗਤ ਸਿੰਘ ਨੂੰ ਲੱਗਾ ਤੇ ਉਹਨਾਂ ਦੇ ਮਨ ਵਿੱਚ ਬਹੁਤ ਹੀ ਗੁੱਸਾ ਆਇਆ। ਉਹਨਾਂ ਨੇ ਆਪਣੇ ਸਾਥੀਆਂ ਨਾਲ ਮਿਲ ਕੇ, ਉਹਨਾਂ ਦੇ ਦੋ ਸਾਥੀ ਹੋਰ ਸੀ ਬੇਟਾ, ਇੱਕ ਰਾਜਗੁਰੂ ਸੀ, ਇੱਕ ਸੁਖਦੇਵ ਸੀ। ਉਹਨਾਂ ਤਿੰਨਾਂ ਨੇ ਮਿਲ ਕੇ ਲਾਲਾ ਲਾਜਪਤ ਰਾਏ ਦੀ ਮੌਤ ਦਾ ਬਦਲਾ ਲੈਣ ਲਈ ਉਸ ਅੰਗਰੇਜ਼ ਅਫਸਰ ਨੂੰ ਗੋਲੀ ਨਾਲ ਉਡਾ ਦਿੱਤਾ। ਠੀਕ ਹੈ ਬੇਟਾ, ਜਦੋਂ ਉਹਨਾਂ ਨੂੰ ਗੋਲੀ ਨਾਲ ਅੰਗਰੇਜ਼ ਅਫਸਰ ਨੂੰ ਉਡਾਇਆ ਤੇ ਉਹਨਾਂ ਨੂੰ ਫਾਂਸੀ ਦੀ ਸਜ਼ਾ ਹੋ ਗਈ। ਜਦੋਂ ਉਹਨਾਂ ਨੂੰ ਫਾਂਸੀ ਦੀ ਸਜ਼ਾ ਹੋਈ ਬੇਟਾ, ਭਗਤ ਸਿੰਘ ਦੀ ਉਮਰ 23 ਜਾਂ 24 ਸਾਲ ਦੀ ਸੀ। 23 ਜਾਂ 24 ਸਾਲ ਦੇ ਸੀ ਭਗਤ ਸਿੰਘ, 23 ਜਾਂ 24 ਸਾਲ ਦੇ ਜਦੋਂ ਉਹਨਾਂ ਨੂੰ ਫਾਂਸੀ ਦੀ ਸਜ਼ਾ ਹੋਈ। ਠੀਕ ਹੈ, ਉਹਨਾਂ ਨੇ ਹੱਸਦੇ ਹੱਸਦੇ ਫਾਂਸੀ ਦਾ ਰੱਸਾ ਚੁੰਮ ਲਿਆ ਤੇ ਆਪਣੇ ਦੇਸ਼ ਨੂੰ ਆਜ਼ਾਦ ਕਰਾਉਣ ਲਈ ਉਹਨਾਂ ਨੇ ਆਪਣੀ ਜਾਨ ਜਿਹੜੀ ਸੀ ਬੇਟਾ ਉਹ ਕੁਰਬਾਨ ਕਰ ਦਿੱਤੀ। ਠੀਕ ਹੈ, ਇਸ ਤਰ੍ਹਾਂ ਇਹ ਆਪਣੀ ਮਾਤਾ ਦਾ ਪੁੱਤਰ ਸਦਾ ਸਦਾ ਲਈ ਅਮਰ ਹੋ ਗਿਆ। ਠੀਕ ਹੈ।
ओके बेटा, किसी को कोई डाउट? यस आराध्या, यस बेटा आराध्या। बेटा औखे शब्द आप कोई भी 10 औखे शब्द अपनी कॉपी ते कर लेने, जिवें फर्स्ट लिख लो, नोट कर लो, तीले कटना। फर्स्ट है तीले गड्ढना, सेकंड है दमुक्का, दमुक्का तो भाव है बंदूका, ठीक है। नैक्सट नंबर 3 ते 2.5 वरियां, जिन्ने भी रैड कलर के दिते हुए ने वो सारे ही डिफिकल्ट वर्ड ने, उन्होंने तुसी अपनी कॉपी के उपर नोट कर लेना, ठीक है बेटा। नाल दी नाल मैं कुछ शब्दों को तुहानूं समझाया भी है, वो भी औखे शब्दों को तुसी अपनी कॉपी ते कर सकते हो, कोई 15 तुसी अपनी नोटबुक ते कर लेना। क्लीयर बेटा? यस जसमीत? हाँ जी जसमीत बेटा, कोई डाउट बच्चे? हाँ जी बेटा, तुसी पता किद्दां लिखिया सी? सीधे लिखे हुए सी ना, आपां उहनूं पूरा ओहदे आंसर दी फॉर्म विच लिखना, हो सकदा तुसी सैट दा होवे तुहाडा डाउट ना। हाँ जी ठीक, ठीक है बेटा, कोई नहीं, डिस्कस करांगे क्लास दे विच, जदों क्लास जाओगे ना फिर तुहानूं सारा एक बारी डिस्कस मैं दोबारा तो करवा दांगी, सारा पेपर ही आपां डिस्कस करांगे, ठीक है बच्चे। ओके, सो हुण इस पार्ट का सारिਆਂ ਨੂੰ समझ आ गई, किसी को कोई डाउट तो नहीं है? एक बार फिर तो सुन लो ध्यान नाल बेटा, मेन जिहड़े 94 पॉइंट है वो मैं तुहानूं दस दिंदी हाँ। सब तो पहला भगत सिंह 2.5 वरियां दे सी, 2.5 वरियां दा मीनस 2.5 साल दे सी, ते वो खेत घर दे विच ही ना खुली जगह दे विच इदां छोटे छोटे तीले बीज रहे सी। एक आदमी ने उसनूं पुछया तू की कर रहा? उन्हें कहा मैं ना बंदूकां बीज रहा है। उन्हें कहा क्यों बीज रहा है? कहंदा मैं जदों वड्डा होगा ना ते गोरियां नूं मारूंगा, गोरे मीनस अंग्रेजां नूं मारूंगा, ठीक है। फिर आपां पढ़िया भगत सिंह के जन्म बारे। भगत सिंह का जो जन्म होया उस समय उन्होंने चाचा सरदार अजीत सिंह ते पिता सरदार किशन सिंह जी जेल विच सन, पर जिस दिन उन्होंने जन्म होया पैदा होए उस दिन उन्होंने जेल विचों रिहा करवा दिता गया, रिहा कर दिता गया। इस करके उन्होंने सारे कहन लगे ये बड़ा किस्मत वाला है। मान लो साडे घर कोई चीज़ नहीं आई तो तुहाडे घर किसी बच्चे का जन्म हो गया, कोई चाची मामी किसी के बच्चे का जन्म होया, उन्होंने नौकरी लग जाती है, आप कहने ना ये बच्चा बड़ा किस्मत वाला, जो ये पैदा होया सी मेरी उन्होंने मतलब मैनू जॉब मिल गई सी जां साडा घर बन गया सी, आप उन्होंने कहने किस्मत वाला। सो भगत सिंह का जिस जन्म होया सी उस दिन उन्होंने चाचा जी ते उन्होंने पिता जेल विचों रिहा हो के आए, जिस करके उन्होंने दादी ने उन्होंने नाम रखा भागा वाला। भागा वाला तो उन्होंने नाम बन गया भगत सिंह। क्लीयर इत्थों तक? फिर आप पढ़िया कि भगत सिंह नूं बचपन दे विच किताबां पढ़न का बहुत शौक सी। काहदा शौक सी? किताबां पढ़न का शौक सी। वो सिर्फ स्कूल दी किताबां नहीं पढ़ते सन, स्कूल दे नाल होर भी बहुत सारियां किताबां पढ़ते सन, ठीक है। फिर जदों 9 साल की उम्र के होए, कितने साल के होए? 9 साल, उन्होंने जिंदगी दे विच एक नवा दौर आया। किहड़ा दौर आया उन्होंने जिंदगी दे विच? घटना करतार सिंह सराभा की शहीदी का पता लगा। काहदा पता लगा उन्होंने बेटा? करतार सिंह सराभा की शहीदी का पता लगा कि उन्होंने शहीद कर दिता है, ठीक है। इस गल का उन्होंने मन दे विच की आया? गुस्सा। किहदे मन दे विच गुस्सा आया? सरदार भगत सिंह के मन विच गुस्सा आया, ठीक है। उन्होंने करतार सिंह सराभा की फोटो की लैनी, फोटो उन्होंने अपने किहदे विच पा ली? अपने बस्ते विच पा ली, घर विच पा ली जां अपनी जेब विच पा ली। तो वो अपनी मम्मी के कोल जदों भी जाते वो फोटो दिखाते तो कहते ये ना मैनू अपना भरा लगता है, तो उन्होंने मम्मी भी हस पेंदे तो कहते हाँ ये तेरा भरा ही है, ठीक है। फिर वो हमेशा देखते कि उन्होंने चाची रोंदी रहती है। कौन रोंदा रहता सी? उन्होंने चाची रोंदी रहती सी। क्यों रोंदी सी? क्योंकि उन्होंने चाचा जी नूं बिना वजह तो ही अंग्रेज जिहड़े जेल विच पा दिंदे सी। फिर जिहड़े भगत सिंह सी वो अपनी चाची नूं चुप करांदे होए कहंदे कोई गल नहीं, जदों मैं वड्डा होऊंगा मैं अंग्रेज़ां नूं मार देवांगा, ठीक है बेटा। सो फिर जदों ये गल सुन के वो खुश हो जाते। फिर की होया? जलियांवाले बाग, 12 साल की उम्र होई जदों भगत सिंह दी, उदों जलियांवाले बाग दे विच घटना घटी, उत्थे लोकां ते गोलियां चलाईयां गईयां, जिस करके बहुत सारे लोगों की जान चली गई। इन्हां ने उत्थे जाके की करी? मिट्टी की शीशी भरी। कादी मिट्टी सी? वो खून की मिट्टी। लोगों
ਲਾਜਪਤ ਰਾਏ ਇੱਕ ਜਲੂਸ ਕੱਢ ਰਹੇ ਸਨ। ਜਲੂਸ ਦੀ ਅਗਵਾਈ ਵੀ ਲਾਲਾ ਲਾਜਪਤ ਰਾਏ ਕਰ ਰਹੇ ਸਨ ਤੇ ਕੁਝ ਲੋਕਾਂ ਨੇ, ਇੱਕ ਅੰਗਰੇਜ਼ੀ ਅਫਸਰ ਨੇ ਉਹਨਾਂ ਤੇ ਮਤਲਬ ਲਾਠੀ ਚਾਰਜ ਕਰ ਦਿੱਤਾ। ਲਾਠੀ ਹੁੰਦਾ, ਸੋਟੀਆਂ ਨਾਲ ਉਹਨਾਂ ਨੂੰ ਮਾਰਿਆ, ਜਿਸ ਕਰਕੇ ਲਾਲਾ ਲਾਜਪਤ ਰਾਏ ਦੀ ਮੌਤ ਹੋ ਗਈ। ਉਹਨਾਂ ਦੀ ਮੌਤ ਦਾ ਬਦਲਾ ਲੈਣ ਲਈ ਭਗਤ ਸਿੰਘ ਨੇ ਉਹਨਾਂ ਅੰਗਰੇਜ਼ ਅਫਸਰਾਂ ਨੂੰ ਹੀ ਮਾਰ ਦਿੱਤਾ। ਕਿਹਨਾਂ ਨਾਲ ਮਿਲ ਕੇ? ਰਾਜਗੁਰੂ ਤੇ ਸੁਖਦੇਵ ਨਾਲ ਮਿਲ ਕੇ, ਜਿਹਦੇ ਕਰਕੇ ਭਗਤ ਸਿੰਘ, ਰਾਜਗੁਰੂ, ਸੁਖਦੇਵ ਨੂੰ ਫਾਂਸੀ ਦੀ ਸਜ਼ਾ ਹੋ ਗਈ ਤੇ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ। ਸੋ ਇਸ ਤਰ੍ਹਾਂ ਭਾਰਤ ਮਾਤਾ ਦਾ ਲਾਲ ਜਿਹੜਾ ਹੱਸਦੇ ਹੱਸਦੇ ਆਪਣੀ ਫਾਂਸੀ ਦਾ ਰੱਸਾ ਚੰਮਦੇ ਹੋਏ ਸਦਾ ਸਦਾ ਲਈ ਸ਼ਹੀਦ ਹੋ ਗਿਆ। ਸੋ ਇਹ ਪਾਠ ਅਸੀਂ ਪੜ੍ਹਿਆ ਬੇਟਾ। ਹੁਣ ਕੱਲ ਤੁਸੀਂ ਇਹਨੂੰ ਰਿਵਾਈਜ਼ ਕਰਨਾ ਹੈ। ਕੱਲ ਅਸੀਂ ਔਖੇ ਸ਼ਬਦ ਅੱਜ ਅਸੀਂ ਕਰ ਚੁੱਕੇ ਹਾਂ। ਕੱਲ ਅਸੀਂ ਸ਼ਬਦ ਅਰਥ, MCQ ਤੇ ਪ੍ਰਸ਼ਨ ਉੱਤਰ ਡਿਸਕਸ ਕਰਾਂਗੇ। ਠੀਕ ਹੈ ਬੇਟਾ। ਸੋ ਮੈਨੂੰ ਉਮੀਦ ਹੈ ਕਿ ਤੁਹਾਨੂੰ ਪਾਠ ਸਾਰਿਆਂ ਨੂੰ ਸਮਝ ਆ ਗਿਆ ਹੋਏਗਾ। ਇੱਕ ਵਾਰੀ ਫਿਰ ਤੁਸੀਂ ਰਿਵਾਈਜ਼ ਕਰ ਲੈਣਾ ਤੇ ਤੁਹਾਨੂੰ ਹੋਰ ਵੀ ਵਧੀਆ ਤਰੀਕੇ ਨਾਲ ਸਮਝ ਆ ਜਾਏਗਾ। ਓਕੇ ਬੇਟਾ, ਬਾਏ, ਟੇਕ ਕੇਅਰ। ਤੁਹਾਡਾ ਪੀਰੀਅਡ ਹੈ ਹਲੇ? ਨਹੀਂ, ਹੋ ਗਏ 3 ਸੀਗੇ। ਹੋ ਗਏ। ਕਿੱਥੇ ਬੈਠੇ ਲੱਗੇ ਹੋ? ਕਮਰੇ 'ਚ ਮੈਂ ਪੜ੍ਹਨ ਲੱਗੀ ਹਾਂ। ਪੜ੍ਹਨ ਲੱਗੇ ਸੀਗੇ। ਕੱਲ ਪੇਪਰ ਹੈ? ਕਦੋਂ ਪੜ੍ਹਦੇ? ਕੱਲ ਤੇਰਾ ਨਹੀਂ ਪੇਪਰ? ਮਤਲਬ ਟਾਈਮਿੰਗ ਸਵੇਰੇ ਨਿਕਲ ਕਲੀਅਰ ਹੈ ਯਾਰ, ਦੂਜਾ ਨਹੀਂ ਕਲੀਅਰ ਨਾ। ਕਿਹੜਾ? ਫਸਟ ਪੇਪਰ। ਅੱਛਾ, ਉਹ ਵੀ ਕਰਨਾ। ਮੈਂ ਚੰਗੇ ਟਾਈਮ ਤੋਂ ਵੈਸੇ TCT ਹੋ ਗਈ, ਨਹੀਂ ਤਾਂ ਹੁਣ ਮੈਂ ਕਿਹਾ ਸਰ ਮੈਂ ਨਹੀਂ ਕਰਨਾ। ਕਹਿੰਦੇ, ਮੈਂ ਕਿਹਾ ਸਰ ਕਲਾਸਾਂ ਤੋਂ ਸਾਈਡ ਦੂਸਰੀ ਵਾਲੀ ਹੈ ਨਾ 6 ਆਨਰਸ ਤੱਕ, ਸਮਝ ਨਹੀਂ ਰਹੇ ਹੋ। ਮੈਂ ਸਰ ਸਮਝ ਰਹੀ ਹੂੰ ਮੈਂ। ਬੱਚਿਆਂ ਨੂੰ ਜਿੰਨਾ ਮਰਜ਼ੀ ਸਮਝਾ ਲਓ। ਫਸਟ ਵਾਲੇ ਬੱਚੇ ਵੀ ਜੁਆਇਨ ਕਰ ਲੈਂਦੇ, ਸੈਕਿੰਡ ਵਾਲੇ ਵੀ ਜੁਆਇਨ ਕਰ ਲੈਂਦੇ, ਥਰਡ ਵਾਲੇ ਬੱਚੇ ਯਾਰ ਇਹਨਾਂ ਵਾਸਤੇ ਨਵਾਂ ਹੈ, ਇਹ ਇਹਨਾਂ ਵਾਸਤੇ ਨਵਾਂ ਹੈ ਸਾਰਾ ਕੁਝ। ਮੈਨੂੰ ਤਾਂ ਟੈਨਸ਼ਨ ਹੀ ਲੱਗੀ ਸੀ। ਮੈਂ ਕਿਹਾ ਬਾਬਾ ਜੀ ਕੋਲ ਕਨੈਕਸ਼ਨ ਨਾ ਟੁੱਟ ਜਾਵੇ। ਮੇਰਾ ਤਾਂ ਟੁੱਟਿਆ ਵਿੱਚ। ਹੋ ਗਿਆ? ਹੋ ਗਈ? लागे पेरेंट्स खड़े ही, मैं क्या वाई यू स्टडिंग ऑन द स्ट्रीट, वाई व्हाट्स रीजन? अगर मैं और मम्मी कहती मैम सॉरी, मैं कहा मैम आप सामने खड़ी है स्क्रीनिंग पे कर रही है, व्हाट्स द मैटर? चुप हो गई आराम ना। फिर मेरा डब्बा है, मैं रख आइए रोटी पहला खा ली। थर्ड पीरियड फर्स्ट क्लास पढ़ना से सारी क्लासमेट से ज्वाइन करी जानी 5th भी पंजाब लिखा तनुष केड़ी क्लास तनुष दूसरे बच्चों के नाम बस गिरी जाते खाने कड़ी खाओ पहली बार तो एक बार मैंने देख के लगा कड़ी है मैं दोबारा ध्यान ना देखा